ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਸਟ੍ਰੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਤੇ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮੁੱਦਿਆਂ ਦੇ ਬਾਰੇ ਗੱਲ ਕਰਦੇ ਹਾਂ, ਤਾਜ਼ਾ ਮੁੱਦਿਆਂ ਦੇ ਬਾਰੇ ਕਿ ਕੀ ਕੁਝ ਹੋ ਰਿਹਾ ਸੰਸਾਰ ਭਰ ਦੇ ਵਿੱਚ, ਖਾਸ ਕਰਕੇ ਸਾਡੇ ਭਾਰਤ ਦੇ ਵਿੱਚ ਤੇ ਨਾਲ ਅਸੀਂ ਜਿੱਥੇ ਰਹਿੰਦੇ ਹਾਂ ਕੈਨੇਡਾ ਦੇ ਵਿੱਚ। ਤੇ ਅੱਜ ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਸੀਨੀਅਰ ਜਰਨਲਿਸਟ ਮਿਸਟਰ ਹਰਪ੍ਰੀਤ ਸਿੰਘ ਧਾਲੀਵਾਲ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਿਸਟਰ ਧਾਲੀਵਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਅਰਸ਼ੀਤ, ਧੰਨਵਾਦ ਤੁਹਾਡਾ। ਬਿਲਕੁਲ, ਜਿਵੇਂ ਅਸੀਂ ਕਿਹਾ ਕਿ ਅਸੀਂ ਤਾਜ਼ਾ ਸਥਿਤੀ ਦੇ ਬਾਰੇ ਗੱਲ ਕਰਦੇ ਹਾਂ ਕਿ ਕੀ ਕੁਝ ਹੋ ਰਿਹਾ ਹੈ ਸਾਰੇ ਸੰਸਾਰ ਦੇ ਵਿੱਚ। ਤੇ ਸ਼ੁਰੂਆਤ ਜੇ ਕਰੋਨਾ ਤੋਂ ਕਰ ਲਈਏ ਤਾਂ ਮੈਨੂੰ ਲੱਗਦਾ ਬਹੁਤ ਵਧੀਆ ਹੋਊਗਾ, ਕਿਉਂਕਿ ਕਰੋਨਾ ਵਾਇਰਸ ਅੱਜ ਕੱਲ੍ਹ ਜ਼ਿੰਦਗੀ ਦਾ ਸਾਡਾ ਇੱਕ ਜ਼ਰੂਰੀ ਹਿੱਸਾ ਬਣ ਗਿਆ ਹੈਗਾ ਹੈ। ਕਿ ਉਹਦੀ ਜਦੋਂ ਅਸੀਂ ਕਿਸੇ ਨੂੰ ਗੱਲ ਵੀ ਕਰਦੇ ਹਾਂ ਨਾ, ਸਭ ਤੋਂ ਪਹਿਲਾਂ ਕਰੋਨਾ ਵਾਇਰਸ ਦੀ ਗੱਲ ਹੁੰਦੀ ਹੈ ਕਿ ਕੀ ਚੱਲ ਰਿਹਾ ਹੈਗਾ, ਕਿਸ ਤਰ੍ਹਾਂ ਸਥਿਤੀ ਹੈਗੀ ਹੈ, ਕਿੰਨੇ ਕੇਸ ਨੇ। ਤੇ ਇਹ ਸਥਿਤੀ ਹੈ ਜਿਹੜੀ ਉਹ ਗੰਭੀਰ ਹੁੰਦੀ ਜਾ ਰਹੀ ਹੈ ਜ਼ਾਹਿਰ ਤੌਰ ਤੇ। ਜੀ, ਜਿਸ ਤਰੀਕੇ ਨਾਲ ਤੁਸੀਂ ਸਟਾਰਟਿੰਗ 'ਚ ਕਰੋਨਾ ਵਾਇਰਸ ਦੀ ਗੱਲ ਕਰ ਰਹੀ ਹੈ, ਤਾਂ ਜਦੋਂ ਤੁਸੀਂ ਇਹ ਗੱਲ ਕੀਤੀ ਤਾਂ ਮੇਰੇ ਜ਼ਿਹਨ 'ਚ ਸਾਰੇ ਸੰਸਾਰ ਦੀ ਤਸਵੀਰ ਘੁੰਮ ਗਈ ਕਿ ਦੁਨੀਆ ਭਰ ਜਕੜ ਦੇ ਵਿੱਚ ਆ, ਕਰੋਨਾ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ। ਔਰ ਜਿਸ ਤਰੀਕੇ ਨਾਲ ਨਾਸੂਰ ਬਣਦੀ ਜਾ ਰਹੀ ਹੈ ਔਰ ਦਵਾਈ ਦੇ ਵਿੱਚ ਇਹਦੀ ਵੈਕਸੀਨ ਆਉਣ ਦੇ ਵਿੱਚ ਜਿੰਨਾ ਟਾਈਮ ਲੱਗਦਾ ਜਾ ਰਿਹਾ ਹੈ, ਉਸ ਦੇ ਨਾਲ ਸਥਿਤੀ ਪ੍ਰਤੀ ਦਿਨ ਵਿਸਫੋਟਿਕ ਹੁੰਦੀ ਜਾਂਦੀ ਹੈ। ਕੋਈ ਵੇਲਾ ਸੀ ਜਦੋਂ ਚਾਈਨਾ ਦੇ ਵਿੱਚ 30,000 ਕੇਸ ਹੋਇਆ ਸੀ ਤਾਂ ਤਰਾ ਹੋ ਗਈ ਸੀ ਦੁਨੀਆ 'ਚ। ਬਿਲਕੁਲ, ਵੀ ਇੱਕ ਚਾਈਨਾ ਤਾਂ ਖਤਮ ਹੋ ਗਿਆ। ਕੋਈ ਕਹਿੰਦੇ ਜੀ ਤਾਂ ਅਮਰੀਕਾ ਨੇ ਚਲਤੀ, ਕੋਈ ਕਹਿੰਦੇ ਜੀ ਵੀ ਹੁਣ ਚਾਈਨਾ ਦੇ ਤਾਂ ਦਰਵਾਜ਼ੇ ਬੰਦ ਹੋ ਗਏ। ਫਿਰ ਚਾਈਨਾ ਦਾ ਜਾ ਕੇ 77-78,000 ਤੇ ਜਾ ਕੇ ਟੂਟੀ ਹੋ ਗਈ ਬੰਦ। ਬਾਕੀ ਸਾਰੇ ਸੰਸਾਰ 'ਚ ਟੂਟੀਆਂ ਗਈਆਂ ਖੁੱਲ੍ਹ। ਜੀ, ਜਿਸ ਤਰੀਕੇ ਨਾਲ ਦੁਨੀਆ ਦੀ ਮਹਾਂਸ਼ਕਤੀ ਅਮਰੀਕਾ ਔਰ ਤਾਂ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਗਿਣਤੀਆਂ ਵਧੀਆਂ। ਹੁਣ ਅਮਰੀਕਾ ਦੀ ਗਿਣਤੀ ਇਸ ਵੇਲੇ 51 ਲੱਖ ਦੇ ਕਰੀਬ ਆ। 51 ਲੱਖ ਬੰਦਾ ਇੱਕ ਮੁਲਕ ਦੇ ਵਿੱਚ ਇੰਨਾ ਜ਼ਿਆਦਾ ਪੀੜਤ ਹੋ ਜਾਣਾ ਔਰ 1.5-2 ਲੱਖ ਬੰਦੇ ਦੀ ਡੈਥ ਹੋ ਜਾਣੀ, ਇਹ ਬਹੁਤ ਹੀ ਮਤਲਬ ਸਿੰਸੀਅਰਲੀ ਵਾਚਣ ਵਾਲਾ ਮੁੱਦਾ। ਸੈਕਿੰਡ ਨੰਬਰ ਤੇ ਦੁਨੀਆ ਦਾ ਪਰਟਨ ਸਥਲ, ਜਿਹਨੂੰ ਟੂਰਿਜ਼ਮ ਪਲੇਸ ਵੀ ਆਪਾਂ ਬੋਲ ਦਿੰਦੇ ਹਾਂ, ਬ੍ਰਾਜ਼ੀਲ ਦੇ ਵਿੱਚ ਜਿਸ ਤਰੀਕੇ ਨਾਲ ਅਰਸ਼ਜੀ ਕੇਸ ਵੱਧ ਰਿਹਾ, ਛੋਟਾ ਜਿਹਾ ਮੁਲਕ ਆ ਔਰ ਆਬਾਦੀ ਦੇ ਲਿਹਾਜ਼ ਨਾਲ ਜਿੰਨੇ ਕੇਸ ਉੱਥੇ ਆ ਰਹੇ, 29 ਲੱਖ ਦੇ ਕਰੀਬ, 3 ਮਿਲੀਅਨ ਹੋਣ ਵਾਲੇ ਉੱਥੇ ਵੀ ਕੇਸ ਜੀ। ਔਰ ਮੌਤਾਂ ਬੜੀ ਤੇਜ਼ੀ ਨਾਲ ਹੋ ਰਹੀਆਂ ਨੇ। ਤੀਜਾ ਜਿਹੜਾ ਸ਼ੁਰੂ ਤੋਂ ਹੀ ਲੱਗਦਾ ਸੀ, ਭਾਵੇਂ ਕਿ ਅਸੀਂ ਆਪਣੇ ਮੁਲਕ ਦੇ ਵਿੱਚ ਬੈਠੇ ਉੱਥੇ ਤਰ੍ਹਾਂ ਦੇ ਅਡੰਬਰਵਾਦ 'ਚ ਫਸੇ ਹੋਏ ਸੀ। ਅਸੀਂ ਸਾਇੰਸ ਦੇ ਯੁੱਗ 'ਚ ਵੀ 18ਵੀਂ ਸਦੀ ਦੀਆਂ ਗੱਲਾਂ ਕਰਦੇ ਹਾਂ। ਅਸੀਂ ਉਸ ਮੁਲਕ ਦੇ ਵਿੱਚ ਕਰਮਕਾਂਡ ਦੇ ਵਿੱਚ ਫਸੇ ਹੋਏ ਹਾਂ। ਵਿਗਿਆਨਕ ਸੋਚ ਨੂੰ ਇੱਕ ਪਾਸੇ ਰੱਖ ਕੇ ਪੜ੍ਹੇ ਲਿਖੇ ਵੀ ਜਾਹਲ ਬਣੇ ਹੋਏ ਹਾਂ। ਜਿਸ ਤਰੀਕੇ ਨਾਲ ਅਸੀਂ ਇਸ ਕਰੋਨਾ ਵਰਗੀ ਨਾਮੁਰਾਦ ਬਿਮਾਰੀ ਨੂੰ ਇੰਨਾ ਸੀਰੀਅਸਨੈਸ ਲਿਆ, ਉੱਥੋਂ ਮੈਨੂੰ ਪਹਿਲਾਂ ਹੀ, ਜਾਂ ਆਪਾਂ ਨੂੰ ਸਾਰਿਆਂ ਨੂੰ ਪਹਿਲਾਂ ਹੀ ਅੰਦਾਜ਼ਾ ਹੋ ਗਿਆ ਸੀ ਕਿ ਉੱਥੇ ਬੁਰਾ ਹਾਲ ਹੋਣਾ ਹੈ। ਬਿਲਕੁਲ। ਹੁਣ 21 ਲੱਖ ਦੇ ਕਰੀਬ ਕੇਸ ਹੋ ਗਏ ਔਰ ਪਿਛਲੇ 21 ਦਿਨਾਂ 'ਚ 10-11 ਲੱਖ ਕੇਸ ਪਿਛਲੇ 21 ਦਿਨਾਂ 'ਚ ਨੇ। ਕਿੰਨੀ ਤੇਜ਼ੀ ਨਾਲ ਉੱਥੇ ਹਾਲਾਤ ਵਿਗੜਦੇ ਜਾ ਰਹੇ ਆ। ਔਰ ਅਜੇ ਤੱਕ ਸਰਕਾਰ ਨੂੰ ਜਦੋਂ ਆਪਾਂ ਧਿਆਨ ਨਾਲ ਦੇਖਦੇ ਹਾਂ, ਸਰਕਾਰ ਦਾ ਕੋਈ ਵੀ ਇਸ ਤਰ੍ਹਾਂ ਦਾ ਸਿੰਸੀਅਰ ਐਫਰਟ ਨਜ਼ਰ ਨਹੀਂ ਆਉਂਦਾ ਕਿ ਉਹਨਾਂ ਨੇ ਉਸ ਕਰੋਨਾ ਦੇ ਪ੍ਰਤੀ ਉਹ ਸਿੰਸੀਅਰ ਨੇ ਜਾਂ ਉਹ ਕਰੋਨਾ ਦੇ ਪ੍ਰਤੀ ਕੁਝ ਕਰਨਾ ਚਾਹੁੰਦੇ ਨੇ। ਹਾਂ, ਇਹ ਡਰਾਮੇਬਾਜ਼ੀਆਂ ਬਹੁਤ ਹੋ ਰਹੀਆਂ ਨੇ ਔਰ ਬਹੁਤ ਸਾਰੀਆਂ ਦੰਦ ਕਥਾਵਾਂ ਵੀ ਇਹਦੇ ਨਾਲ ਜੁੜਨੀਆਂ ਸ਼ੁਰੂ ਹੋ ਗਈਆਂ ਨੇ। ਕੁਝ ਸਮਾਗਮਾਂ ਦੇ ਨਾਲ ਕੁਝ ਲੀਡਰਾਂ ਦਾ ਹੋਟਲਾਂ ਦੇ ਵਿੱਚ ਜਾ ਕੇ ਪੈਣਾ, ਜਾਂ ਫਿਰ ਉਹਨਾਂ ਨੂੰ ਕਰੋਨਾ ਹੋਇਆ ਜਾਂ ਨਹੀਂ ਹੋਇਆ, ਇਹਦੇ ਤੇ ਵੀ ਦੰਦ ਕਥਾਵਾਂ ਹੋ ਰਹੀਆਂ ਨੇ। ਸਾਰੀ ਦੀ ਸਾਰੀ ਚੀਜ਼ ਤੁਸੀਂ ਉਸ ਦਾ ਇਲਾਜ ਕਰਨ ਦੀ ਬਜਾਏ ਜਦੋਂ ਉਸ 'ਤੇ ਸਿਆਸਤ ਖੇਡਣੀ ਸ਼ੁਰੂ ਕਰ ਦਿਓ, ਜਦੋਂ ਲਾਸ਼ਾਂ 'ਤੇ ਸਿਆਸਤ ਹੋਣੀ ਸ਼ੁਰੂ ਹੋ ਜੇ, ਫਿਰ ਉੱਥੇ ਇਲਾਜ ਦਾ ਪ੍ਰਬੰਧ ਕੋਈ ਨਹੀਂ ਕਰਦਾ ਹੁੰਦਾ। ਜੀ, ਹੁਣ ਦੇਸ਼ ਦੇ ਵਿੱਚ ਜਿਸ ਤਰੀਕੇ ਨਾਲ ਵੱਡੀਆਂ ਸ਼ਖਸੀਅਤਾਂ ਦੇ ਨਾਂ ਆਏ, ਉਹਨਾਂ 'ਚੋਂ ਫਿਰ ਚਲੋ ਉਹਨਾਂ ਦੇ ਨਾਲ ਚੱਲਦੇ ਸੂਬੇ ਸੂਬੇ ਜੋ ਦੇਖਿਆ, ਮਹਾਰਾਸ਼ਟਰ ਦੇ ਵਿੱਚ ਕਿੱਡੀ ਬੜੀ 5 ਲੱਖ ਦੇ ਕਰੀਬ ਤਾਂ ਕਹਿੰਦੇ ਮਹਾਰਾਸ਼ਟਰ 'ਚ ਹੀ ਹੋ ਗਿਆ ਕੇਸ। ਬਿਲਕੁਲ। ਗੁਜਰਾਤ ਦਾ ਬੁਰਾ ਹਾਲ ਹੈ, ਹੋਰ ਸਟੇਟਾਂ ਜਾਂ ਉੱਤਰਾਖੰਡ ਦਾ ਜਾਂ ਉੱਧਰ ਝਾਰਖੰਡ ਉਸ ਪਾਸੇ ਬਹੁਤ ਬੁਰਾ ਹਾਲ ਹੈ। ਪੰਜਾਬ ਅਛੂਤਾ ਨਹੀਂ ਹੈ ਤੂੰ। ਪੰਜਾਬ ਦੇ ਭਾਵੇਂ ਕਿ ਪਹਿਲਾਂ ਇਹ ਗੱਲ ਕਹਿੰਦੇ ਸੀ, ਜਿਵੇਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਇੱਥੇ ਚੱਲਦੀ ਹੁੰਦੀ ਸੀ ਕਿ ਬ੍ਰਿਟਿਸ਼ ਕੋਲੰਬੀਆ ਤਾਂ ਜੀ ਬੜਾ ਸਾਫ਼ ਸੁਥਰਾ ਬਚ ਗਿਆ ਜੀ, ਇੱਥੇ ਕੁਛ ਨਹੀਂ ਹੁੰਦਾ, ਕਿਉਂਕਿ ਤੁਸੀਂ ਉਹਦੀ ਬੜੀ ਜਾਣਕਾਰੀ ਰੱਖਦੇ ਹੋ। ਮੈਂ ਤੁਹਾਡੇ ਤੋਂ ਇਹ ਅੱਗੇ ਜਾ ਕੇ ਜਾਣਕਾਰੀ ਵੀ ਲਊਂਗਾ, ਪਰ ਮੈਂ ਗੱਲ ਜੇ ਪੰਜਾਬ ਦੀ ਕਰਾਂ ਤਾਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹ ਤਾਂ ਉਹਨਾਂ ਦੀ ਜਿਹੜੀ ਜਿਸ ਤਰੀਕੇ ਨਾਲ ਉਹ ਆਪਣੇ ਫਾਰਮ ਹਾਊਸ 'ਚ ਬੈਠੇ ਸੀ, ਉਹਨਾਂ ਨੂੰ ਐਂ ਲੱਗਦਾ ਸੀ ਸਭ ਤੋਂ ਜ਼ਿਆਦਾ ਚਿੰਤਾ ਉਹਨਾਂ ਨੂੰ ਆਪਦੀ ਹੈ। ਹਾਲਾਂਕਿ ਉਹਨਾਂ ਨੇ ਪ੍ਰਬੰਧ ਕਾਫੀ ਕੀਤੇ,
ਐਡਮਿਨਿਸਟ੍ਰੇਸ਼ਨ ਨੂੰ ਵੀ ਸਖਤ ਹੁਕਮ ਦਿੱਤੇ, ਪਰ ਸਾਡੇ ਲੋਕਾਂ ਦੀ ਜਿਹੜੀ ਮਾਨਸਿਕਤਾ ਹੈ, ਇੰਡੀਅਨ ਲੋਕਾਂ ਨੂੰ ਜਿਸ ਕੰਮ ਤੋਂ ਰੋਕਿਆ ਜਾਂਦਾ ਇਹਨਾਂ ਨੇ ਜ਼ਰੂਰ ਕਰਨਾ ਹੁੰਦਾ। ਇਹਨਾਂ ਨੂੰ ਤਾਂ ਜੇ ਗੋਲੀ ਦਾ ਹੁਕਮ ਵੀ ਹੋ ਜੇ ਨਾ ਬਾਹਰ, ਫਿਰ ਵੀ 10 ਕਦਮ ਬਾਹਰ ਨਿਕਲ ਕੇ ਦੇਖਣਗੇ ਗੋਲੀ ਵੱਜੀ ਹੈ ਕਿ ਨਹੀਂ ਵੱਜੀ। ਜਿਹੜੀ ਉਹ ਸਾਡੀ ਮਾਨਸਿਕਤਾ ਹੈ, ਉਹਨੇ ਸਾਨੂੰ ਨੁਕਸਾਨ ਕੀਤਾ। ਸਰਕਾਰ ਨੇ ਆਰਡਰ ਜਾਰੀ ਕੀਤੇ, ਸਰਕਾਰ ਨੇ ਇੰਸਟਰਕਸ਼ਨਾਂ ਜਾਰੀ ਕੀਤੀਆਂ, ਸਰਕਾਰ ਨੇ ਸਾਂਝੇ ਥਾਵਾਂ ਤੋਂ ਐਲਾਨ ਕਰਵਾਏ, ਸਰਕਾਰ ਨੇ ਅਖਬਾਰਾਂ ਦੇ ਵਿੱਚ ਬਹੁਤ ਸਾਰੇ ਪੋਸਟਰ ਲਗਵਾਏ ਕਿ ਤੁਸੀਂ ਆਪਣੇ ਘਰਾਂ 'ਚ ਬੈਠ ਕੇ ਰਹੋ, ਪਰ ਲੋਕਾਂ ਨੇ ਇਸ ਨੂੰ ਟਿੱਚ ਜਾਣਿਆ। ਬਾਜ਼ਾਰਾਂ ਦੇ ਵਿੱਚ ਘੁੰਮਦੇ ਰਹੇ, ਇੱਕ ਮੋਟਰਸਾਈਕਲ ਦੇ 3 ਜਾਣੇ ਬੈਠ ਕੇ ਵੀ ਜਾਂਦੇ ਰਹੇ। ਪੁਲਿਸ ਵਾਲੇ ਵੀ ਜਿਹੜੇ ਡਿਊਟੀਆਂ ਤੇ ਲੱਗੇ ਹੋਏ ਸੀ ਉਹ ਵੀ ਥੱਕ ਹਾਰ ਕੇ ਬੈਠ ਗਏ ਵੀ ਚਲੋ ਜਾਣ, ਮਰਦੇ ਮਰਨ ਵੀ ਅਸੀਂ ਕੀ ਕਰ ਸਕਦੇ ਹਾਂ। ਕਿਉਂਕਿ ਜਦੋਂ ਕੁਝ ਗੱਲਾਂ ਹੋਈਆਂ ਤਾਂ ਪੰਜਾਬ ਪੁਲਿਸ ਦੇ ਖਿਲਾਫ ਹੀ ਲੋਕ ਖੜੇ ਹੋ ਗਏ ਕਿ ਪੁਲਿਸ ਬੜੀ ਸਖਤਾਈ ਕਰਦੀ ਹੈ। ਹੁਣ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਸਰਕਾਰ ਦੀ ਇਹ ਨਹੀਂ ਸਖਤੀ ਹੋਣ ਦੇ ਬਾਵਜੂਦ ਪੰਜਾਬ 'ਚ ਬਹੁਤ ਕੇਸ ਵਧੇ ਜੀ। ਉਸ ਦੇ ਚੱਲਦਿਆਂ ਹੁਣ ਸਰਕਾਰ ਨੇ ਨਵਾਂ ਐਲਾਨ ਕੀਤਾ। ਇੱਕ ਤਾਂ ਪੰਜਾਬ ਦੇ 3 ਜ਼ਿਲ੍ਹੇ ਨੇ ਜਿਨ੍ਹਾਂ 'ਚ ਜਲੰਧਰ, ਲੁਧਿਆਣਾ ਔਰ ਪਟਿਆਲਾ, ਤਿੰਨਾਂ ਦੇ ਵਿੱਚ ਰਾਤ ਦਾ ਕਰਫਿਊ ਫਿਰ ਦੁਬਾਰਾ ਲਾ ਦਿੱਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੋਲੀਟੀਕਲ ਟਾਈਮ ਤੋਂ, ਕਿਉਂਕਿ ਲੋਕ ਇਸ ਚੀਜ਼ ਤੋਂ ਬਿਲਕੁਲ ਹੀ ਅਵੇਸਲੇ ਜਿਹੇ ਹੋ ਗਏ ਸੀ। ਦੂਸਰਾ ਗੱਲ ਇਹ ਸੀ ਕਿ ਪਹਿਲਾਂ ਸਰਕਾਰ ਕਹਿੰਦੀ ਹੁੰਦੀ ਸੀ ਕਿ ਤੁਸੀਂ ਮੂੰਹ ਤੇ ਮਾਸਕ ਪਾਉਣੇ ਆ, ਮਾਸਕ ਨਾ ਪਾਏ, ਬਹੁਤ ਸਾਰੇ ਲੋਕਾਂ ਨੂੰ ਜੁਰਮਾਨਾ ਲੱਗਿਆ, ਸਰਕਾਰ ਦੀ ਜੇਬ 'ਚ ਤਾਂ ਚੰਗਾ ਪੈਸਾ ਆ ਗਿਆ। ਪਰ ਉਹ ਸਾਰੀ ਚੀਜ਼ ਚਰਚ ਜਿਹੜੀ ਦੇਖਣ ਵਾਲੀ ਗੱਲ ਸੀ ਕਿ ਲੋਕ ਸਾਡੇ ਗੰਨਾ ਦੇਣ ਦੀ ਜਿਹੜੇ ਭੇਲੀ ਦੇ ਰਹੇ ਨੇ, 10-15 ਰੁਪਏ ਦਾ ਜਿਹੜਾ ਇੱਕ ਮਾਸਕ ਹੈ ਉਹ ਲਾਉਣ ਦੀ ਬਜਾਏ 500-500 ਦਾ ਜਾਂ ਉਹ ਤੋਂ ਹੀ ਵੱਧ ਦਾ ਜਿਹੜਾ ਚਲਾਨ ਕਟਾਉਣ 'ਚ ਬੜੀ ਖੁਸ਼ੀ ਮਹਿਸੂਸ ਕਰ ਰਹੇ ਆ। ਹੁਣ ਉਸ ਮਾਮਲੇ 'ਚ ਸਰਕਾਰ ਨੇ ਇੱਕ ਫੈਸਲਾ ਹੋਰ ਲਿਆ। ਸਰਕਾਰ ਕਹਿੰਦੀ ਵੀ ਇਹਨਾਂ ਨੂੰ ਇਸ ਤਰ੍ਹਾਂ ਕਰੋ, ਜਿਹੜਾ ਮਾਸਕ ਤੋਂ ਬਿਨਾਂ ਫੜਿਆ ਜਾਂਦਾ ਉਹਨੂੰ ਮਾਸਕ ਬਣਾ ਕੇ ਘੰਟਾ ਉੱਥੇ ਖੜਾ ਕੇ ਰੱਖੋ, ਉਸ ਤੋਂ ਬਾਅਦ 'ਚ ਉਹਨੂੰ ਅਹਿਸਾਸ ਹੋਵੇ, ਉਹ ਸ਼ਰਮ ਹੀ ਆਵੇ। ਹੁਣ ਇਹ ਵੈਸੇ ਤਾਂ ਸਮਝਦਾਰ ਨੂੰ ਤਾਂ ਅੱਖ ਦੀ ਸ਼ਰਮ ਬਹੁਤ ਹੁੰਦੀ ਹੈ, ਪਰ ਜੇ ਨਹੀਂ ਹੈਗਾ, ਕਹਿੰਦੇ ਵੀ ਇੱਕ ਕਹਾਵਤ ਹੁੰਦੀ ਹੈ, ਕਹਿੰਦੇ ਵੀ ਬੰਦਾ ਢੀਠ ਹੋਣਾ ਚਾਹੀਦਾ, ਬੇਇੱਜ਼ਤੀ ਕਰਨ ਵਾਲਾ ਕਿਹੜਾ ਜੰਮਿਆ। ਸੋ ਜੇਕਰ ਤੁਸੀਂ ਢੀਠ ਹੀ ਹੋ ਜਾਣਾ, ਜੇਕਰ ਤੁਸੀਂ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਨੀ, ਫਿਰ ਤਾਂ ਤੁਹਾਡਾ ਰੱਬ ਰਾਖਾ ਹੈ। ਅਦਰਵਾਈਜ਼ ਬੜੀ ਗੰਭੀਰ ਬਿਮਾਰੀ ਹੈ। ਇਸ ਗੰਭੀਰ ਬਿਮਾਰੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਮੋਢੇ ਨਾਲ ਮੋਢਾ ਲਾ ਕੇ, ਹਾਲਾਂਕਿ ਵੱਡੇ ਮੁਲਕ ਇਸ ਗੱਲ ਦੀ ਗੱਲ ਕਰ ਰਹੇ ਹੈ ਕਿ ਸਾਡੇ ਕੋਲ ਅਗਸਤ 'ਚ, ਕੋਈ ਕਹਿੰਦਾ ਸਤੰਬਰ 'ਚ, ਕੋਈ ਕਹਿੰਦਾ ਅਕਤੂਬਰ 'ਚ, ਕੋਈ ਕਹਿੰਦਾ ਵੀ ਇਸ ਸਾਲ 'ਚ ਆਉਂਦੀ ਉਹ ਨਹੀਂ, ਉਹ ਇੱਕ ਵੱਡਾ ਭੰਬਲ, ਉਹ ਸਭ ਵੱਖਰੀ ਗੱਲ ਹੈ। ਪਰ ਇਸ ਦੇ ਵਿੱਚ ਆਪਾਂ ਨੂੰ ਆਪਣਾ ਬਣਦਾ ਰੋਲ ਨਿਭਾਉਣਾ ਜ਼ਰੂਰ ਪੈਣਾ ਜੀ। ਕਹਿੰਦੇ ਨੇ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਤੇ, ਇੱਥੇ ਤਾਂ ਲੱਤਾਂ ਨਾਲ ਵੀ ਨਹੀਂ ਮੰਨਦੇ। ਸੋ ਹੁਣ ਇਦਾਂ ਆ ਕਿ ਕਿਸ ਤਰ੍ਹਾਂ ਇਸ ਤੇ ਕਾਬੂ ਪਾਇਆ ਜਾਊਗਾ, ਇਹ ਸਾਡੇ ਤੇ ਨਿਰਭਰ ਕਰਦਾ। ਅਸੀਂ ਵਾਰ-ਵਾਰ ਹਰੇਕ ਜਦੋਂ ਅਸੀਂ ਗੱਲਬਾਤ ਹੁੰਦੀ ਹੈ, ਸਾਡਾ ਹਰੇਕ ਸ਼ੋਅ ਹੁੰਦਾ, ਅਸੀਂ ਇਹਦੇ 'ਚ ਕਹਿੰਦੇ ਆ ਕਿ ਸਾਨੂੰ ਆਪ ਨੂੰ ਆਪਣੇ ਆਪ ਤੇ ਕੰਟਰੋਲ ਰੱਖਣ ਦੀ ਲੋੜ ਹੈਗੀ ਹੈ। ਤੁਸੀਂ ਜ਼ਿਕਰ ਕੀਤਾ ਕਿ ਬ੍ਰਿਟਿਸ਼ ਕੋਲੰਬੀਆ, ਅਸੀਂ ਬਹੁਤ ਮਾਣ ਮਹਿਸੂਸ ਕਰਦੇ ਸੀ ਕਿ ਅਸੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿੰਦੇ ਹਾਂ, ਕੈਨੇਡਾ ਦੇ ਵਿੱਚ ਰਹਿੰਦੇ ਹਾਂ। ਕੈਨੇਡਾ ਨੂੰ ਚਾਹੇ ਹੋਰ ਦੇਸ਼ ਹੈਗੇ ਨੇ, ਚਾਹੇ WHO ਆਪ ਹੈਗਾ, ਉਹਨੇ ਸ਼ਾਬਾਸ਼ੀ ਦਿੱਤੀ ਹੈ ਕਿ ਚੰਗੀ ਸੂਝ-ਬੂਝ ਦੇ ਨਾਲ ਇਹਨਾਂ ਨੇ ਆਪਣੇ ਜਿਹੜੇ ਵਾਇਰਸ ਦੇ ਕੇਸ ਸੀਗੇ ਉਹਨਾਂ ਨੂੰ ਕੰਟਰੋਲ ਕੀਤਾ ਸੀ। ਪਰ ਹੁਣ ਉਹ ਸਥਿਤੀ ਨਹੀਂ ਰਹੀ ਹੈਗੀ। ਹੁਣ ਫਿਰ ਕੇਸ ਜਿਹੜੇ ਨੇ ਉਹ ਵਧਣ ਲੱਗ ਗਏ ਹੈਗੇ ਨੇ, ਚਾਹੇ ਉਹ ਅਸੀਂ ਕੈਨੇਡਾ ਪੂਰੇ ਦੀ ਗੱਲ ਕਰ ਲਈਏ ਤੇ ਚਾਹੇ ਅਸੀਂ ਆਪਣੇ ਬ੍ਰਿਟਿਸ਼ ਕੋਲੰਬੀਆ BC ਦੀ ਗੱਲ ਕਰ ਲਈਏ, ਜਿੱਥੇ ਅਸੀਂ ਰਹਿ ਰਹੇ ਹੈਗੇ ਆ। ਕੇਸ ਜਿਹੜੇ ਨੇ ਉਹ ਲਗਾਤਾਰ ਵੱਧ ਰਹੇ ਨੇ। ਕਹਿੰਦੇ ਨੇ ਕਿ ਦੂਜੀ ਵੇਵ ਹੈਗੀ ਆ ਉਹ ਆਉਣੀ ਹੈ, ਪਰ ਹੁਣ ਇਹ ਨਹੀਂ ਪਤਾ ਕਿ ਦੂਜੀ ਵੇਵ ਕਿੰਨੀ ਕੁ ਖਤਰਨਾਕ ਆਉਣੀ ਹੈ, ਛੋਟੀ ਆਉਣੀ ਹੈ, ਵੱਡੀ ਆਉਣੀ ਹੈ, ਕਿ ਬਹੁਤ ਘੱਟ ਕੇਸ ਆਉਣੇ ਆ। ਪਰ ਜਿਸ ਹਿਸਾਬ ਨਾਲ ਕੇਸ ਵੱਧ ਰਹੇ ਨੇ ਉਸ ਹਿਸਾਬ ਨਾਲ ਲੱਗਦਾ ਕਿ ਜਿਹੜੇ ਅੱਗੇ ਮਾਮਲੇ ਆਉਣੇ ਨੇ, ਅੱਗੇ ਕੇਸ ਆਉਣੇ ਨੇ, ਉਹ ਵੱਧ ਸਕਦੇ ਨੇ। ਹੋ ਸਕਦਾ ਕਿ ਹਰੇਕ ਫੈਮਿਲੀ ਦੇ ਵਿੱਚ ਇੱਕ ਅੱਧਾ ਕੇਸ ਤਾਂ ਜ਼ਰੂਰ ਜਿਹੜਾ ਉਹ ਦਿਸਣ ਲੱਗ ਜਾਵੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਅਮਰੀਕਾ ਦੇ ਵਿੱਚ ਸਥਿਤੀ ਬਹੁਤ ਜ਼ਿਆਦਾ ਖਰਾਬ ਹੈਗੀ ਹੈ, ਸਿਚੁਏਸ਼ਨ ਇੰਨੀ ਜ਼ਿਆਦਾ ਖਰਾਬ ਹੈਗੀ ਹੈ ਕਿ ਲੋਕਾਂ ਨੇ ਆਲਰੇਡੀ ਇਮੀਗ੍ਰੇਸ਼ਨ ਦੀਆਂ ਅਰਜ਼ੀਆਂ ਪਾ ਦਿੱਤੀਆਂ ਹੈਗੀਆਂ ਨੇ ਕਿ ਅਸੀਂ ਕੈਨੇਡਾ ਦੇ ਵਿੱਚ ਸੈਟਲ ਹੋਣਾ ਆ। ਪਰ ਹੁਣ ਬਾਰਡਰ ਬੰਦ ਹੈਗੇ ਨੇ, ਬਾਰਡਰ ਖੁੱਲਣ ਨੇ ਨਹੀਂ ਛੇਤੀ। ਨਵੇਂ ਸਾਲ ਤੱਕ ਤਾਂ ਆਫ ਕੋਰਸ ਨਹੀਂ ਖੁੱਲਣ ਵਾਲੇ ਹੈਗੇ ਬਾਰਡਰ, ਜਿਹੜੇ ਜਿਹੜੀਆਂ ਐਸੈਂਸ਼ੀਅਲ ਵਰਕਰ ਜਿਹੜੇ ਜਾ ਸਕਦੇ ਹੈਗੇ, ਪਰ ਨਾਨ ਐਸੈਂਸ਼ੀਅਲ ਜਿਹੜੀ ਜਾਣਾ ਹੈਗਾ ਵਿਜ਼ਿਟ ਹੈਗੀ ਉਹ ਬੰਦ ਹੈਗੀ ਹੈ ਜੀ। ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਾਸਕ ਨੂੰ ਲੈ ਕੇ ਬੜੀ ਡਿਬੇਟ ਹੁੰਦੀ ਆ ਹਰਪ੍ਰੀਤ ਜੀ, ਕਿ ਮਾਸਕ ਪਾਉਣੇ ਆ ਨਹੀਂ ਪਾਉਣੇ, ਕਿਉਂਕਿ ਸਾਡੇ ਜਿਹੜੇ ਹੈਲਥ ਅਫੀਸ਼ੀਅਲ ਆ ਉਹ ਵੀ ਕਹਿੰਦੇ ਆ ਕਿ ਮਾਸਕ ਜਿਹੜੇ ਨੇ ਉਹ ਇੰਨੇ ਲਾਜ਼ਮੀ ਨਹੀਂ ਹੈਗੇ। ਜੇ ਤੁਸੀਂ 2 ਮੀਟਰ ਦੀ ਦੂਰੀ ਨਹੀਂ ਰੱਖ ਸਕਦੇ ਤਾਂ ਮਾਸਕ ਜ਼ਰੂਰ ਪਾਓ, ਪਰ ਅਸੀਂ ਜੁਰਮਾਨੇ ਨਹੀਂ ਲਾਉਣੇ ਹੈਗੇ। ਪਰ ਹੁਣ ਉਹਨਾਂ ਨੇ ਤਾਂ ਇਹ ਕਹਿ ਦਿੱਤਾ ਆ, ਉਹ ਕਹਿੰਦੇ ਕਿ ਤੁਸੀਂ ਆਪ ਸਮਝਦਾਰ ਆ, ਜਿਸ ਹਿਸਾਬ ਨਾਲ ਤੁਸੀਂ ਪਹਿਲਾਂ ਸਾਡੀਆਂ ਇਨਸਟਰਕਸ਼ਨਸ ਮੰਨੀਆਂ ਉਸ ਹਿਸਾਬ ਨਾਲ ਹੁਣ ਵੀ ਮੰਨ ਲਓ। ਪਰ ਹੁਣ ਜਦੋਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਕਿ ਜਦੋਂ ਤਾਂ ਕੇਸ ਥੋੜੇ ਸੀਗੇ ਉਦੋਂ ਤਾਂ ਅਸੀਂ ਘਰੇ ਲੁਕ ਕੇ
ਬਹਿੰਦੇ ਸੀਗੇ ਵੀ ਪਤਾ ਨਹੀਂ ਕੀ ਹੋ ਜਾਣਾ ਆ, ਤੇ ਪਰ ਹੁਣ ਜਦੋਂ ਕੇਸ ਵੱਧ ਗਏ ਹੁਣ ਕਹਿੰਦੇ ਠੀਕ ਹੈ ਕੋਈ ਨਹੀਂ, ਸਾਰਿਆਂ ਨੂੰ ਹੀ ਹੋਈ ਜਾਂਦਾ ਹੈਗਾ, ਕੋਈ ਨਹੀਂ ਠੀਕ ਹੋ ਜਾਣਾ ਹੈਗਾ। ਹਾਂ ਰਿਕਵਰੀ ਰੇਟ ਹੈਗਾ ਆ ਇਹਦਾ, ਪਰ ਜੇ ਤੁਹਾਡਾ ਇਮਿਊਨ ਸਿਸਟਮ ਨਹੀਂ ਚੱਲੂਗਾ ਤਾਂ ਬਹੁਤ ਜਿਹੜੇ ਹੈਗੇ ਆ ਉਹਦੇ ਰਿਜ਼ਲਟ ਹੈਗੇ ਆ ਬਹੁਤ ਖਤਰਨਾਕ ਆਉਣ ਵਾਲੇ ਹੈਗੇ। ਹੁਣ ਪਬਲਿਕ ਟਰਾਂਸਲਿੰਕ ਦੀ ਗੱਲ ਕਰ ਲਈਏ, ਅਸੀਂ ਟ੍ਰਾਂਜ਼ਿਟ ਦੀ ਗੱਲ ਕਰ ਲਈਏ, ਉਹਨਾਂ ਨੇ ਹੁਣ 24 ਤਰੀਕ ਤੋਂ ਮੈਂਡੇਟਰੀ ਕਰਤੇ ਆ। ਉਹ ਕਹਿੰਦੇ ਤੁਸੀਂ ਤਾਂ ਨਹੀਂ ਹੈਲਥ ਅਫੀਸ਼ੀਅਲਸ ਦੀ ਗੱਲ ਮੰਨਦੇ, ਅਸੀਂ ਆਪਦੇ ਵੱਲੋਂ ਜੋ ਹੋ ਸਕਦਾ ਉਹ ਕਰਾਂਗੇ। ਤਾਂ ਹੁਣ ਜਿਹੜੇ ਆ ਉਹ ਜੁਰਮਾਨੇ ਵੀ ਲੱਗਣਗੇ ਤੇ ਤੁਸੀਂ ਟ੍ਰਾਂਜ਼ਿਟ ਦੇ ਉੱਤੇ ਬਿਨਾਂ ਮਾਸਕ ਤੋਂ ਸਫ਼ਰ ਨਹੀਂ ਕਰ ਸਕਦੇ। 5 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਐਗਜ਼ੈਂਪਸ਼ਨ ਦਿੱਤੀ ਹੈਗੀ, ਨਾਲ ਜਿਹੜੇ ਸੀਨੀਅਰ ਹੈਗੇ ਨੇ ਜਾਂ ਜਿਨ੍ਹਾਂ ਨੂੰ ਹੈਲਥ ਕੰਡੀਸ਼ਨਸ ਹੈਗੀਆਂ ਨੇ ਉਹਨਾਂ ਨੂੰ ਐਗਜ਼ੈਂਪਸ਼ਨ ਦਿੱਤੀ ਹੈ, ਪਰ ਤੁਸੀਂ ਫੇਰ ਵੀ 2 ਮੀਟਰ ਦਾ ਜਿਹੜਾ ਹੈਗਾ ਫਾਸਲਾ ਉਹ ਬਣਾ ਕੇ ਰੱਖਣਾ ਹੈਗਾ। ਸੋ ਬਹੁਤ ਸਾਰੇ ਜਿਹੜੇ ਕੇਸ ਹੈਗੇ ਨੇ ਉਹ ਵੱਧ ਰਹੇ ਹੈਗੇ। ਇਹ ਜਿਹੜੀ ਬਹੁਤ ਸਾਰੀਆਂ ਇੱਥੇ ਪਾਰਟੀਆਂ ਵਗੈਰਾ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਤੇ ਵੀ ਕੋਈ ਸਖਤ ਕਦਮ ਲੈ ਰਹੀ ਹੈ ਸਰਕਾਰ, ਕੀ ਕਰ ਰਹੀ ਹੈ ਜਾਂ ਕੀ ਆ ਰਿਹਾ ਹੈ? ਕਿਉਂਕਿ ਪਾਰਟੀਆਂ ਦੀ ਜਦੋਂ ਅਸੀਂ ਬੋਨੀ ਹੈਨਰੀ ਦੀ ਐਂਡਰੂ ਇੰਡੈਕਸ ਦੀ ਅਸੀਂ ਦੇਖਦੇ ਹੈਗੇ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਸਾਨੂੰ ਦੱਸਦੇ ਆ ਕਿ ਕਿੱਥੇ ਕੀ ਕੁਝ ਹੋ ਰਿਹਾ। ਹੁਣ ਉਹ ਵੀ ਕੰਸਰਨਡ ਹੈਗੇ ਨੇ ਕਿ ਜਿਹੜੀਆਂ ਪਾਰਟੀਆਂ ਹੋ ਰਹੀਆਂ ਨੇ, ਖਾਸ ਕਰਕੇ ਜਿਹੜੇ ਯੂਥ ਯੰਗਸਟਰ ਕਰ ਰਹੇ ਹੈਗੇ ਨੇ ਕਿ ਪਾਰਟੀਆਂ ਦੇ ਵਿੱਚ ਨਾ ਜਾਇਆ ਜਾਵੇ, ਜਿੱਥੇ ਤੱਕ ਹੋ ਸਕੇ ਤੁਸੀਂ ਦੂਰੀ ਬਣਾ ਕੇ ਰੱਖੋ, ਪਾਰਟੀਆਂ ਅਟੈਂਡ ਨਾ ਕਰੋ, ਕਿਉਂਕਿ ਜ਼ਿਆਦਾ ਕੇਸ ਪਾਰਟੀਆਂ ਚੋਂ ਆ ਰਹੇ ਹੈਗੇ ਨੇ। ਹੁਣ ਅਸੀਂ ਕਹਿੰਦੇ ਆ ਕਿ ਅਸੀਂ ਤਾਂ ਨੇੜੇ ਤੇੜੇ ਕਿਤੇ ਜ਼ਿਆਦਾ ਕੇਸ ਦੇਖੇ ਨਹੀਂ ਹੈਗੇ, ਸਾਡੇ ਸਰੀ ਦੇ ਵਿੱਚ ਹੈਗੇ ਆ, ਵੈਨਕੂਵਰ ਦੇ ਵਿੱਚ ਹੈਗੇ ਆ, ਪਰ ਉਹਨਾਂ ਨੇ ਸਪੈਸ਼ਲੀ ਤੌਰ ਦੇ ਉੱਤੇ ਆਖਿਆ ਕਿ ਜਿਹੜੇ ਪਰਸੋਂ ਕੇਸ ਆਏ ਸੀਗੇ ਉਹਨਾਂ ਦੇ ਵਿੱਚ 30 ਕੇਸ ਜਿਹੜੇ ਨੇ ਉਹ ਫਰੇਜ਼ਰ ਹੈਲਥ ਦੇ ਨਾਲ ਸੰਬੰਧ ਰੱਖਦੇ ਨੇ, ਤੇ ਫਰੇਜ਼ਰ ਹੈਲਥ ਦੇ ਵਿੱਚ ਡੈਲਟਾ, ਸਰੀ, ਐਬਸਫਰਟ, ਵੈਨਕੂਵਰ, ਬਰਨਬੀ ਇਹ ਸਾਰਾ ਏਰੀਆ ਆਉਂਦਾ ਹੈ। ਸੋ ਜ਼ਿਆਦਾ ਕੇਸ ਇੱਥੋਂ ਹੀ ਆ ਰਹੇ। ਜਿਹੜੀ ਲੇਟੈਸਟ ਤੁਸੀਂ ਖਬਰ ਜਿਵੇਂ ਤੁਸੀਂ ਦੱਸ ਰਹੇ ਹੋ ਪਾਰਟੀਆਂ ਦੀ, ਈਵਨ ਕਿ ਵੈਨਕੂਵਰ ਦੇ ਜਿਹੜੀ ਪਾਰਟੀ ਹੋ ਰਹੀ ਸੀ ਜਿੱਥੇ ਪੰਜਾਬ ਪੁਲਿਸ ਮੁਲਾਜ਼ਮ ਉਹਨਾਂ ਨੂੰ ਰੋਕਣ ਵਾਸਤੇ ਗਏ, ਉਹ ਆਪ ਕਹਿੰਦੇ ਪੋਜ਼ਿਟਿਵ ਹੋ ਗਏ ਵਿਚਾਰੇ ਇਸ ਮਾਮਲੇ 'ਚ। ਸੋ ਸਾਡਾ ਸਾਰਿਆਂ ਦਾ ਜਿਹੜਾ ਆਪਣੀ ਕਿਤੇ ਨਾ ਕਿਤੇ ਅਕਾਊਂਟੇਬਿਲਟੀ ਆਪਾਂ ਨੂੰ ਫਿਕਸ ਕਰਨੀ ਪੈਣੀ ਹੈ। ਅਸੀਂ ਇਹ ਨਹੀਂ ਹੈ ਵੀ ਹਾਂਜੀ ਵੀ ਸਾਡੀਆਂ ਡਿਊਟੀਆਂ ਤਾਂ ਹੋ ਗਈਆਂ ਖਤਮ, ਸਰਕਾਰ ਆਪੇ ਕਰੋਨਾ ਵਾਇਰਸ ਨੂੰ ਸਕੈਨ ਕਰਦੀ ਫਿਰੇ, ਆਪੇ ਲੱਭਦੀ ਫਿਰੇ, ਆਪੇ ਮਾਰਦੀ ਫਿਰੇ। ਇਸ ਮਾਨਸਿਕਤਾ ਤੋਂ ਬਾਹਰ ਨਿਕਲ ਕੇ ਸਾਨੂੰ ਆਪਣਾ ਫਰਜ਼ ਨਿਭਾਉਣਾ। ਪਹਿਲੇ ਦਿਨ ਤੋਂ ਕਹਿ ਰਹੇ ਆ ਕਿ ਤੁਸੀਂ ਖੁਦ ਦਾ ਨਹੀਂ ਦੂਜੇ ਦਾ ਤਾਂ ਖਿਆਲ ਰੱਖ ਲਓ ਕਿ ਸ਼ਾਇਦ ਸਾਡੇ ਤੋਂ ਕਿਸੇ ਹੋਰ ਨੂੰ ਹੋ ਸਕਦਾ ਹੈਗਾ ਹੈ, ਅਸੀਂ ਨਾ ਸਪਰੈਡ ਕਰੀਏ ਇਸ ਕਰੋਨਾ ਵਾਇਰਸ ਨੂੰ। ਪਰ ਨਹੀਂ, ਅਸੀਂ ਜਦੋਂ ਤੱਕ ਸਾਨੂੰ ਪੂਰੀ ਤਰ੍ਹਾਂ ਕੋਈ ਨੋਟਿਸ ਨਹੀਂ ਆਉਂਦਾ ਜਾਂ ਕੁਝ ਸਾਨੂੰ ਸਟ੍ਰਿਕਟਲੀ ਫਾਈਨ ਨਹੀਂ ਲੱਗਦੇ ਉਹਨਾਂ ਟਾਈਮ ਅਸੀਂ ਜਿਹੜਾ ਹੈ ਉਹ ਇਸ ਦੇ ਉੱਤੇ ਜੋ ਉਹਨਾਂ ਦੀਆਂ ਡਾਇਰੈਕਸ਼ਨਸ ਦਿੱਤੀਆਂ ਨੇ ਉਹਨਾਂ ਨੂੰ ਵਿਚਾਰਨਾ ਹੀ ਨਹੀਂ ਹੈਗਾ। ਕਿਉਂਕਿ ਜਦੋਂ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਘਰਾਂ ਦੇ ਵਿੱਚ ਰਹੋ, ਪਰ ਅਸੀਂ ਪਾਰਟੀਆਂ ਕਰ ਰਹੇ ਹਾਂ, ਸਾਡੇ ਵਿਆਹ ਵੀ ਹੋ ਰਹੇ ਨੇ, 100 ਜਾਣੇ ਇਕੱਠੇ ਹੋ ਰਹੇ ਨੇ, ਤੇ ਫਿਰ ਬਾਅਦ ਵਿੱਚ ਅਸੀਂ ਕਹਿ ਰਹੇ ਹਾਂ ਕਿ ਜਿਵੇਂ ਹੁਣ ਓਨਟਾਰੀਓ ਦੇ ਵਿੱਚ ਹੋਇਆ ਸੀ ਕਿ ਇੱਕ ਘਰ ਦੇ ਵਿੱਚ 200 ਬੰਦੇ ਜਿਹੜੇ ਸੀਗੇ ਉਹ ਪਾਰਟੀ ਕਰ ਰਹੇ ਸੀ। ਇੱਕ ਜਣਾ ਉਹਨਾਂ ਨੇ ਸਪੈਸ਼ਲ ਤੌਰ ਦੇ ਉੱਤੇ ਲਾਇਆ ਸੀ ਕਿ ਕੋਈ ਵੀਡੀਓ ਰਿਕਾਰਡਿੰਗ ਨਾ ਕਰ ਲਵੇ, ਉਹਦੇ ਲਈ ਲਗਾਇਆ ਸੀ, ਪਰ ਇੱਕ ਜਣਾ ਸਪੈਸ਼ਲ ਇਹ ਨਹੀਂ ਲਗਾਇਆ ਸੀ ਕਿ ਦੇਖ ਲਓ ਕਿ ਇੱਕ ਦੂਜੇ ਦੇ ਨਾਲ ਇਕੱਠਾ ਤਾਂ ਨਹੀਂ ਕੋਈ ਹੋ ਰਿਹਾ। ਮਾਸਕ ਸਾਰਿਆਂ ਨੇ ਪਾਏ ਹੋਏ ਆ, ਸੈਨੀਟਾਈਜ਼ ਕੀਤਾ ਹੋਇਆ। ਸੋ ਉਹ ਚੀਜ਼ਾਂ ਦੀ ਥਾਂ ਤੇ ਅਸੀਂ ਜਿਹੜੀ ਪ੍ਰਸ਼ਾਸਨ ਹੈਗਾ ਆ ਜਾਂ ਸਿਹਤ ਅਧਿਕਾਰੀ ਹੈਗੇ ਨੇ ਜਾਂ ਸਾਡੀ RCMP ਹੈਗੇ ਉਹਨਾਂ ਤੋਂ ਲੁਕਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਪਰ ਜਦੋਂ ਕੋਵਿਡ ਪੋਜ਼ਿਟਿਵ ਆਊਗਾ ਫਿਰ ਕਿਸੇ ਤੋਂ ਲੁਕਿਆ ਨਹੀਂ ਰਹਿਣਾ ਹੈਗਾ। ਰਿਪੋਰਟ ਜਿਹੜੀ ਉਹ ਸਾਰਿਆਂ ਨੂੰ ਦੱਸ ਹੋ ਜਾਣੀ ਹੈ ਕਿ ਤੁਸੀਂ ਹੁਣ ਕੋਰੋਨਾ ਪੋਜ਼ਿਟਿਵ ਹੈਗੇ ਆ ਤੇ ਆਈਸੋਲੇਸ਼ਨ ਦੇ ਵਿੱਚ ਜਾਓ, ਹੁਣ ਇਸ ਤੋਂ ਬਿਨਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਜੀ ਬਿਲਕੁਲ। ਜਿਹੜੀ ਤੁਸੀਂ ਹੁਣ ਇਸ ਮਾਮਲੇ ਦੇ ਵਿੱਚ ਦੇਖੋ, ਸਾਰੀਆਂ ਸਰਕਾਰਾਂ ਜਾਂ ਸਾਰੀਆਂ ਲੈਬੋਰੇਟਰੀਜ਼ ਜਿਵੇਂ ਆਪਾਂ ਆਮ ਤੌਰ ਤੇ ਅਰਸ਼ ਦੀ ਗੱਲ ਕਰਦੇ ਹਾਂ, ਉਹ ਤਾਂ ਇੱਕ ਉਸ ਜਾਂਚ ਪੜਤਾਲ ਦੇ ਵਿੱਚ ਉਹਦੇ ਰਿਸਰਚ ਦੇ ਵਿੱਚ ਲੱਗੀਆਂ ਹੋਈਆਂ ਨੇ ਜੀ। ਹੁਣ ਉਸ ਦੇ ਵਿੱਚ ਖਾਸ ਤੌਰ ਤੇ ਆਪਣੇ ਆਪ ਨੂੰ, ਜਿਹੜਾ ਮੈਂ ਸਟਾਰਟਿੰਗ 'ਚ ਵੀ ਤੁਹਾਨੂੰ ਇਹ ਲਫ਼ਜ਼ ਕਹੇ ਆ ਕਿ ਡਿਊਟੀ ਹੁਣ ਆਪਣੀ ਬਣਦੀ ਆ। ਜੇਕਰ ਆਪਾਂ ਕਿਸੇ ਦੇਸ਼ ਨੂੰ, ਖਿੱਤੇ ਨੂੰ ਜਾਂ ਜਿੱਥੇ ਆਪਾਂ ਧਰਾਤਲ 'ਚ ਰਹਿੰਦੇ ਹਾਂ, ਜੇਕਰ ਤੁਸੀਂ ਉਹਨੂੰ ਆਦਬ ਪਿਆਰ ਕਰਦੇ ਹੋ ਤਾਂ ਤੁਹਾਡੀ ਡਿਊਟੀ ਬਣਦੀ ਹੈ। ਇਹ ਨਾ ਦੇਖੋ ਵੀ ਉਸ ਦੇਸ਼ ਨੇ ਤੁਹਾਨੂੰ ਕੀ ਦਿੱਤਾ, ਕਦੇ ਵੀ ਤਾਂ ਦੇਖੋ ਵੀ ਅਸੀਂ ਉਸ ਦੇਸ਼ ਨੂੰ ਕੀ ਦੇ ਰਹੇ ਹਾਂ। ਸੋ ਇਸ ਕਰਕੇ ਆਪਣੀ ਪਰਸਨਲ ਡਿਊਟੀਆਂ ਬਣਦੀਆਂ। ਇੱਕ ਪਾਸੇ ਅਸੀਂ ਸਰਕਾਰਾਂ ਨੂੰ ਦੋਸ਼ ਦਿੰਦੇ ਹਾਂ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ, ਪਰ ਜਦੋਂ ਸਰਕਾਰਾਂ ਕੁਝ ਕਰਨ ਲੱਗਦੀਆਂ ਫਿਰ ਅਸੀਂ ਸਾਥ ਨਹੀਂ ਦਿੰਦੇ। ਸੋ ਸਾਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਹੈਗਾ ਆ, ਕਿਉਂਕਿ ਕਰੋਨਾ ਵਾਇਰਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਕਨੋਮੀ ਬੰਦ ਹੋ ਗਈ ਸੀ, ਕੰਮਾਂ ਤੋਂ ਅਸੀਂ ਘਰੇ ਬੈਠ ਗਏ ਸੀ। ਕੈਨੇਡਾ ਸਰਕਾਰ ਨੇ ਚਾਹੇ ਸਾਨੂੰ ਪੈਸੇ ਦਿੱਤੇ, ਪਰ ਕਦੋਂ ਤੱਕ ਦਊਗੀ ਕੈਨੇਡਾ ਸਰਕਾਰ ਪੈਸੇ? ਇਕਨੋਮੀ ਬਿਲਕੁਲ ਜ਼ੀਰੋ ਹੋ ਗਈ ਹੈ। ਹੁਣ ਅਸੀਂ ਨਹੀਂ ਚਾਹੁੰਦੇ ਕਿ ਦੁਬਾਰਾ ਤੋਂ ਬੰਦ ਹੋਵੇ। ਉਹ ਹਾਲਾਤ ਜਿਹੜੇ ਮਾਰਚ ਅਪ੍ਰੈਲ 'ਚ ਆਏ ਸੀ ਉਹ ਦੁਬਾਰਾ ਤੋਂ ਇਹ ਹਾਲਾਤ ਬਣਨ, ਕਿਉਂਕਿ ਸਕੂਲ ਖੋਲਣ ਦੀ ਆਦੇਸ਼ ਜਿਹੜੇ ਦਿੱਤੇ ਜਾ ਰਹੇ ਨੇ, ਅਨਾਉਂਸਮੈਂਟਸ ਹੋ ਰਹੀਆਂ ਨੇ ਕਿ ਸਕੂਲ ਖੋਲੇ ਜਾ ਰਹੇ ਹੈਗੇ ਨੇ, ਕੰਮ ਦੁਬਾਰਾ ਖੋਲੇ ਜਾ ਰਹੇ ਨੇ। ਹੁਣ ਕੰਮਾਂ ਤੇ ਕਿੰਨਾ ਅਸਰ ਹੋਇਆ? ਜੇ ਅਸੀਂ ਹੋਟਲ ਇੰਡਸਟਰੀ ਦੀ ਗੱਲ ਕਰ ਲਈਏ, ਹੋਟਲ ਇੰਡਸਟਰੀ ਦੇ ਉੱਤੇ ਸਭ ਤੋਂ ਜ਼ਿਆਦਾ ਇਸ ਕਰੋਨਾ ਵਾਇਰਸ ਨੇ ਪ੍ਰਭਾਵ ਪਾਇਆ। ਸਿਰਫ BC ਦੇ ਵਿੱਚ 50,000 ਤੋਂ ਜ਼ਿਆਦਾ ਲੋਕ ਹਸਪਿਟੈਲਿਟੀ ਮੈਨੇਜਮੈਂਟ ਦੇ ਵਿੱਚ ਸੀਗੇ, ਹਸਪਿਟੈਲਿਟੀ ਦੇ ਕੰਮ ਦੇ ਵਿੱਚ ਸੀਗੇ, ਉਹਨਾਂ ਦੀਆਂ ਨੌਕਰੀਆਂ ਹੀ ਚਲੀਆਂ ਗਈਆਂ ਤੇ ਉਹਨਾਂ ਨੂੰ ਫਿਊਚਰ ਦੇ ਵਿੱਚ ਵੀ ਉਮੀਦ ਹੈ ਨਹੀਂ ਕਿ ਸਾਨੂੰ ਨੌਕਰੀਆਂ ਮਿਲਣਗੀਆਂ। ਸਰਬ ਖਤਮ ਹੋ ਰਿਹਾ।
$2000 ਖਤਮ ਹੋ ਰਿਹਾ, EI ਖਤਮ ਹੋ ਰਹੀ ਹੈ, ਅਕਤੂਬਰ ਤੱਕ ਵਧਾ ਦਿੱਤੀ ਗਈ ਹੈ। ਉਸ ਤੋਂ ਬਾਅਦ ਕੀ ਹੈ, ਅਕਤੂਬਰ ਤੋਂ ਬਾਅਦ ਕੀ ਕਰਾਂਗੇ? ਕੰਮਾਂ ਤੇ ਤਾਂ ਵਾਪਸ ਜਾਣਾ ਹੀ ਪੈਣਾ ਹੈਗਾ ਆ। ਹੁਣ ਜਿਹੜੇ ਕੰਮ ਦੁਬਾਰਾ ਨਹੀਂ ਖੁੱਲ ਰਹੇ ਉਹ ਹੁਣ ਧਰਨੇ ਦੇ ਰਹੇ ਨੇ, ਭੁੱਖ ਹੜਤਾਲ ਤੇ ਚਲੇ ਗਏ ਨੇ। ਸੋ ਸਥਿਤੀ ਵਰਸਟ ਹੋਣ ਤੋਂ ਪਹਿਲਾਂ ਸਾਨੂੰ ਉਹਨੂੰ ਸੰਭਾਲਣ ਦੀ ਲੋੜ ਹੈਗੀ ਹੈ। ਬਿਲਕੁਲ 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 ਸਹੀ ਗੱਲ ਤੁਸੀਂ ਜੀ ਬਿਲਕੁਲ। ਸੋ ਸਾਨੂੰ ਆਪਣਾ ਜੋ ਹੈ ਆਲਾ ਦੁਆਲਾ ਦੇਖ ਕੇ ਤੇ ਇੱਕ ਜਿਹੜੇ ਡਾਇਰੈਕਸ਼ਨਸ ਨੇ ਉਹ ਫੋਲੋ ਕਰਨੀਆਂ ਚਾਹੀਦੀਆਂ ਨੇ। ਹੁਣ ਇਸ ਸਾਲ ਦੀ ਜਦੋਂ ਤੁਸੀਂ ਗੱਲ ਕਰਦੇ ਆ, ਇਹ ਸਾਲ ਸਭ ਤੋਂ ਜ਼ਿਆਦਾ ਮਾੜਾ ਰਿਹਾ ਹੈਗਾ ਆ। ਹਰ ਮਾੜੀ ਖਬਰ ਜਿਹੜੀ ਹੈ ਉਹ ਸਾਨੂੰ ਸੁਣਨ ਨੂੰ ਮਿਲਦੀ ਹੈ। ਬਾਲੀਵੁੱਡ ਤੇ ਵੀ ਇਹ ਸਾਲ ਬਹੁਤ ਭਾਰਾ ਪਿਆ ਹੈਗਾ ਆ। ਬਾਲੀਵੁੱਡ ਤੋਂ ਵੀ ਖਬਰਾਂ ਆਉਂਦੀਆਂ ਨੇ ਕਿ ਪੋਜ਼ਿਟਿਵ, ਕਰੋਨਾ ਪੋਜ਼ਿਟਿਵ ਆ ਜਾਂ ਕਿਸੇ ਦੀ ਮੌਤ ਹੋ ਗਈ ਹੈਗੀ ਆ। ਤਾਂ ਹੁਣ ਉੱਥੇ ਦੀ ਕੀ ਸਥਿਤੀ ਬਣੀ ਹੋਈ ਹੈ, ਇਹਦੇ ਬਾਰੇ ਵੀ ਅਪਡੇਟ ਕਰੋ। ਮੈਂ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ, ਇਹ ਬੈਠਾ ਜਦੋਂ ਮੈਂ ਥੋੜਾ ਜਿਹਾ ਕਿਤੇ ਨੈਟ ਤੇ ਬੈਠਾ, ਪਹਿਲਾਂ ਨਹੀਂ ਸੀ ਮੈਨੂੰ ਪਤਾ ਵੀ ਇੰਨਾ ਇਹ ਹੈਗਾ, ਕਿਉਂਕਿ ਜਦੋਂ ਕੋਈ ਵੱਡੀ ਸ਼ਖਸੀਅਤ ਦੀ ਮੌਤ ਹੁੰਦੀ ਹੈ ਤਾਂ ਉਹਦੀ ਚਰਚਾ ਹੁੰਦੀ ਹੈ। ਉਸ ਚਰਚਾ ਦੇ ਨਾਲ ਕੁਝ ਦਿਨ ਬੜਾ ਅਖਬਾਰਾਂ, ਮੀਡੀਆ ਚੈਨਲਾਂ ਤੇ ਚਰਚਾਵਾਂ ਹੁੰਦੀਆਂ ਨੇ। ਇਸ ਸਾਲ ਜਿਹੜੀ ਭਾਰਤ ਦੀ ਬਾਲੀਵੁੱਡ ਆ, ਹਾਲੀਵੁੱਡ ਆ, ਜਾਂ ਸਾਰੇ ਹੀ ਜਿਹੜੀਆਂ ਐਂਟਰਟੇਨਮੈਂਟ ਤੇ ਇੰਡਸਟਰੀਆਂ ਸੀ, ਉਹ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਨੇ। ਖੈਰ ਹਾਲੀਵੁੱਡ ਦਾ ਜੇਕਰ ਮੈਂ ਛੱਡ ਕੇ ਬਾਲੀਵੁੱਡ ਦੀ ਚਰਚਾ ਕਰਾਂ ਤਾਂ ਬਾਲੀਵੁੱਡ ਦੇ ਵਿੱਚ ਹਜ਼ਾਰਾਂ ਕਰੋੜ ਦੀਆਂ ਫਿਲਮਾਂ ਇੱਕ ਸਾਲ 'ਚ ਤਿਆਰ ਹੁੰਦੀਆਂ ਸੀ ਜੀ, ਔਰ ਹਜ਼ਾਰਾਂ ਬੰਦਿਆਂ ਦੇ ਇਸ ਦੇ ਨਾਲ ਕਾਰੋਬਾਰ ਚੱਲਦੇ ਸੀ। ਬਹੁਤ ਸਾਰੇ ਜਿਹੜੇ ਵੱਡੇ ਸਟਾਰ ਨੇ, ਉਹਨਾਂ ਦੀਆਂ ਫੀਸਾਂ ਤਾਂ 20-50 ਕਰੋੜ ਤੋਂ ਸ਼ੁਰੂ ਹੋ ਕੇ 100-100 ਕਰੋੜ ਤੱਕ ਇੱਕ ਫਿਲਮ ਦੀ ਹੈ। ਉਹਨਾਂ ਤੇ ਜਦੋਂ ਉਹ ਫਿਲਮਾਂ ਦੇ ਸਾਈਨ ਕਰਦੇ ਸੀ, ਜੇ 5 ਫਿਲਮਾਂ ਸਾਈਨ ਕੀਤੀਆਂ ਤਾਂ 400 ਕਰੋੜ ਦੀਆਂ, 500 ਕਰੋੜ ਦੀਆਂ ਕਰਦੇ ਸੀ। ਉਹਨਾਂ ਲੋਕਾਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ। ਹਾਂ, ਉਹਨਾਂ ਦਾ ਜਿਹੜਾ ਇੱਕ ਰੂਟੀਨ ਬਣੀ ਹੁੰਦੀ ਆ ਉਹ ਜ਼ਰੂਰ ਡਿਸਟਰਬ ਹੋ ਜਾਣੀ ਹੈ। ਪਰ ਉਸ ਤੋਂ ਇਲਾਵਾ ਜਿਹੜੇ ਗਰਾਊਂਡ ਲੈਵਲ ਤੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੁੰਦੇ ਆ, ਜਿਹੜੇ ਬੈਕ ਪਰਦੇ ਦੇ ਪਿਛਲੇ ਪਾਸੇ ਕੰਮ ਕਰਦੇ ਹੁੰਦੇ ਆ ਜਾਂ ਟੈਕਨੀਕਲ ਚੀਜ਼ਾਂ ਕੰਮ ਕਰਦੇ ਹੁੰਦੇ ਆ। ਰਾਤ ਹੀ ਮੇਰੀ ਪੰਜਾਬ ਤੋਂ ਇੱਕ ਵੱਡੇ ਸਟਾਰ ਦੇ ਨਾਲ ਮੇਰੀ ਗੱਲਬਾਤ ਹੋ ਰਹੀ ਸੀ, ਤਾਂ ਉਹਨਾਂ ਦਾ ਇਹ ਦਰਦ ਇਹ ਝਲਕ ਰਿਹਾ ਸੀ ਕਿ ਪੰਜਾਬ ਦੀ ਇੰਡਸਟਰੀ ਪਹਿਲੇ ਡਾਮਾਡੋਲ ਇਸ ਕਰਕੇ ਹੋ ਰਹੀ ਸੀ ਕਿ ਜੇ 20 ਫਿਲਮਾਂ ਬਣਦੀਆਂ ਸੀ, ਉਹਨਾਂ 'ਚ 2 ਜਾਂ 3 ਹੀ ਚੱਲਦੀਆਂ ਸੀ, ਬਾਕੀ ਤਾਂ ਧਰਮ ਦੇ ਨੇ ਕਰਕੇ ਡਿੱਗ ਜਾਂਦੀਆਂ ਸੀ। ਸੋ ਉਹ ਸਾਰੀ ਚੀਜ਼ ਦੇ ਵਿੱਚ ਇਸ ਇੰਡਸਟਰੀ ਦੇ ਜਦੋਂ ਪੈਰੀ ਹੋਣ ਲੱਗੀ ਸੀ ਤਾਂ ਉਸ ਦਾ ਬੰਦ ਹੋ ਜਾਣਾ ਤਾਂ ਬਹੁਤ ਸਾਰਾ, ਕਿਉਂਕਿ ਇਹ ਕਰੋਨਾ ਦਾ ਜਿਸ ਤਰੀਕੇ ਨਾਲ ਇਹ ਦੌਰ ਚੱਲਿਆ, ਮੈਨੂੰ ਲੱਗਦਾ ਕਿ 2020 ਤਾਂ ਭਾਰਾ ਜਿੱਥੇ ਆਮ ਦੁਨੀਆ ਤੇ ਪਿਆ, ਉੱਥੇ ਇੰਡਸਟਰੀ ਤੇ ਬਹੁਤ ਪਿਆ। ਹੁਣ ਇਕੱਲਾ ਕਰੋਨਾ ਦੀ ਗੱਲ ਨਾ ਕਰੀ, ਕਰੋਨਾ ਤਾਂ ਜਿਵੇਂ ਹੁਣ ਵੱਡੇ ਸਟਾਰਾਂ ਨੂੰ ਹੋਇਆ, ਅਮਿਤਾਭ ਬੱਚਨ ਸਾਹਿਬ ਨੂੰ ਹੋ ਗਿਆ, ਉਹਨਾਂ ਦੇ ਬੇਟੇ ਅਭਿਸ਼ੇਕ ਨੂੰ ਹੋ ਗਿਆ, ਉਹਨਾਂ ਦੀ ਨੂੰਹ ਰਾਣੀ ਐਸ਼ਵਰਿਆ ਰਾਏ ਨੂੰ ਹੋ ਗਿਆ, ਉਹਨਾਂ ਦੀ ਬੇਟੀ ਅੱਗੇ ਆਰਾਧਿਆ ਉਹਨੂੰ ਹੋ ਗਿਆ। ਉਹ ਪਰਿਵਾਰ ਵੱਡਾ, ਉਹਦੀ ਚਰਚਾ ਟੀਵੀ ਚੈਨਲਾਂ 'ਤੇ ਦਿਨ ਰਾਤ ਚੱਲਦੀ ਰਹੀ। ਉਹ ਪਰਿਵਾਰ ਤਾਂ ਹੋ ਗਿਆ ਠੀਕ। ਅਮਿਤਾਭ ਬੱਚਨ ਜੀ ਨੂੰ ਵੀ ਛੁੱਟੀ ਮਿਲ ਗਈ, ਅਭਿਸ਼ੇਕ ਵੀ ਕਹਿੰਦੇ ਆਪਣੀ ਕਾਰ ਚਲਾ ਕੇ ਆਪ ਗਿਆ, ਉਸ ਤੋਂ ਪਹਿਲਾਂ ਐਸ਼ਵਰਿਆ ਤੇ ਆਰਾਧਿਆ ਵੀ ਆਪੋ ਆਪਣੇ ਘਰ ਚਲੇ ਗਏ ਨੇ। ਉਸ ਤੋਂ ਇਲਾਵਾ ਕਰੋਨਾ ਦਾ ਅਨੁਪਮ ਖੇਰ, ਜਿਹੜਾ ਅੱਜ ਕੱਲ੍ਹ ਕਾਫੀ ਸਾਰਾ ਬੀਜੇਪੀ ਦਾ ਮਾਊਥਪੀਸ ਬਣੇ ਹੋਏ ਨੇ, ਕਿਉਂਕਿ ਉਹਨਾਂ ਦੀ ਪਤਨੀ ਮੈਂਬਰ ਪਾਰਲੀਮੈਂਟ ਹੈ, ਉਹਨਾਂ ਦੇ ਪਰਿਵਾਰ ਨੂੰ ਹੋ ਗਿਆ ਸੀ। ਉਹ ਵੀ ਬੜੇ ਇਸ ਗੱਲ ਤੋਂ ਪੀੜਤ ਰਹੇ। ਹੁਣ ਇਸ ਤੋਂ ਇਲਾਵਾ ਜਿਹੜੀਆਂ ਦੁਖਦਾਈ ਖਬਰਾਂ ਬਾਲੀਵੁੱਡ 'ਚ ਆ ਰਹੀਆਂ ਨੇ, ਇਹ ਤਾਂ ਕਰੋਨਾ ਤਾਂ ਖੈਰ ਜਿਵੇਂ ਆਪਾਂ ਚਰਚਾ ਕਰਦੇ ਹਾਂ ਵੀ ਇਹ ਤੋਂ ਛੂਤਾ ਰਹਿਣਾ ਬੜਾ ਔਖਾ ਹੈ ਇਸ ਵੇਲੇ ਜਿਹੜੇ ਹਾਲਾਤ ਬਣੇ ਹੋਏ ਨੇ। ਹਾਂ, ਇੰਡਸਟਰੀ 'ਚ ਜਿਹੜੀਆਂ ਲਗਾਤਾਰ ਹੁਣ ਮੌਤਾਂ ਹੋ ਰਹੀਆਂ ਨੇ, ਮੈਂ ਅਨੁਪਮਾ ਪਾਠਕ ਸੀਗੀ ਲੜਕੀ, ਜਿਹੜੀ ਉਹਨੇ ਸੁਸਾਈਡ ਕੀਤਾ, ਇੱਕ ਸੋਸ਼ਲ ਮੀਡੀਆ ਤੇ ਲਾਈਵ ਹੋਈ, ਉਹਨੇ 10,000 ਰੁਪਇਆ ਕਿਸੇ ਨੇ ਉਹਦਾ ਮਾਰ ਲਿਆ ਸੀ। 10,000 ਰੁਪਏ ਪਿੱਛੇ ਇੱਕ ਐਕਟਰੈਸ ਜਦੋਂ ਖੁਦਕੁਸ਼ੀ ਕਰਦੀ ਹੈ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਚਮਕ ਦਮਕ ਵਾਲੀ ਦੁਨੀਆ, ਇਹਦੇ ਅੰਦਰੂਨੀ ਹਾਲਾਤ ਕਿਦਾਂ ਦੇ ਹੋ ਸਕਦੇ ਆ। ਇਸ ਤੋਂ ਪਹਿਲਾਂ ਸੁਸ਼ਾਂਤ, ਬਾਕਮਾਲ ਮੁੰਡਾ ਸੁਸ਼ਾਂਤ ਰਾਜਪੂਤ, ਜਿਸ ਤਰੀਕੇ ਨਾਲ ਉਹਨੇ ਇਹ ਖੁਦਕੁਸ਼ੀ ਕੀਤੀ ਔਰ ਉਸ ਦੇ ਨਾਲ ਸਾਰੀ ਇੰਡਸਟਰੀ ਹਿੱਲ ਕੇ ਰਹਿ ਗਈ ਜੀ, ਇਹ ਅਸਲ 'ਚ ਗੱਲ ਕਿੱਥੇ ਜਾਊਗੀ, ਕਿੱਥੇ ਜਾ ਕੇ ਖੜੂਗੀ। ਇਸ ਤੋਂ ਕੁਝ ਦਿਨ ਪਹਿਲਾਂ ਹੀ ਆਪਾਂ ਜਾਣਦੇ ਹਾਂ ਕਿ ਇਰਫਾਨ ਖਾਨ ਦੀ ਡੈਥ ਹੋਈ ਔਰ ਸਾਡਾ ਚਾਕਲੇਟੀ ਸਟਾਰ ਕਿਸੇ ਵੇਲੇ ਮੰਨਿਆ ਜਾਂਦਾ ਸੀ ਰਿਸ਼ੀ ਕਪੂਰ ਜੀ ਦੀ ਡੈਥ ਹੋਈ। ਫਿਰ ਕੁਮਕੁਮ ਜਿਹੜੀ ਬੜੀ ਫੇਮਸ ਇੱਕ ਆਰਟਿਸਟ ਹੁੰਦੀ ਸੀ ਬਾਲੀਵੁੱਡ ਦੀ, ਉਸ ਦਾ ਵੀ ਇਸ ਗੱਲ ਚਲੇ ਜਾਣਾ। ਇੱਥੇ ਗੱਲ ਨਹੀਂ, ਸਰੋਜ ਖਾਨ ਜਿਹੜੀ ਡਾਂਸ ਦੀ ਕੋਰੀਓਗ੍ਰਾਫੀ ਦੀ ਮਾਸਟਰ ਮੰਨੀ ਜਾਂਦੀ ਸੀ, ਸਾਰੇ ਉਹਨੂੰ ਬੜਾ ਪਿਆਰ ਕਰਦੇ ਸੀ, ਉਹਨਾਂ ਦਾ ਇਸ ਤਰੀਕੇ ਨਾਲ ਚਲੇ ਜਾਣਾ। ਔਰ ਰਾਤ ਜਾਂ ਅੱਜ ਇਹ ਖਬਰ ਇਸ ਤਰ੍ਹਾਂ ਆਈ ਕਿ ਸੰਜੇ ਦੱਤ ਜਿਹੜੇ ਮਸ਼ਹੂਰ ਐਕਟਰ ਨੇ, ਉਹਨਾਂ ਨੂੰ ਵੀ ਹਾਰਟ ਦੇ ਵਿੱਚ ਕੋਈ ਪ੍ਰੋਬਲਮ, ਸਾਹ ਲੈਣ ਚ ਆ ਰਹੀ ਹੈ, ਉਹਨਾਂ ਨੂੰ ਵੀ ਲੀਲਾਵਤੀ ਜਾਂ ਨਾਨਾਵਤੀ ਹਸਪੀਟਲ 'ਚ ਲੈ ਕੇ ਗਏ ਆ। ਹਾਲਾਂਕਿ ਉਹਨਾਂ ਦਾ ਕੋਵਿਡ ਤਾਂ ਆ ਗਿਆ ਨੈਗੇਟਿਵ, ਪਰ ਜਦੋਂ ਇਸ ਤਰ੍ਹਾਂ ਦੀ ਕੋਈ ਖਬਰ ਆਉਂਦੀ ਹੈ ਜਾਂ ਇੰਡਸਟਰੀ ਦੇ ਵਿੱਚੋਂ ਖਾਸ ਤੌਰ ਤੇ ਆਉਂਦੀ ਹੈ ਤਾਂ ਇਹ ਲੱਗਦਾ ਕਿ ਇਹ ਇੰਡਸਟਰੀ ਦੇ ਵਾਸਤੇ ਚੰਗਾ ਨਹੀਂ। ਬੜੇ ਟੈਲੈਂਟਡ ਲੋਕ ਜਾ ਰਹੇ ਨੇ। ਇੱਕ ਦੋ ਭਰਾ ਹੁੰਦੇ ਸੀ ਮਿਊਜ਼ਿਕ ਦੇ ਵਿੱਚ, ਬੜਾ ਵੱਡਾ ਨਾਮ ਸੀ ਨਾ, ਸਾਜਿਦ ਵਾਜਿਦ,
ਵਾਜਿਦ ਖਾਨ ਦਾ ਪਿਛਲੇ ਦਿਨਾਂ 'ਚ ਜਿਹੜੀ ਡੈਥ ਹੋ ਜਾਣੀ ਜੀ। ਸੋ ਇਹ ਸਾਰੀ ਚੀਜ਼ ਨੇ ਇੰਡਸਟਰੀ ਨੂੰ ਬਹੁਤ ਜ਼ਿਆਦਾ ਇਸ ਵਾਰੀ ਹਿਲਾ ਕੇ ਰੱਖਿਆ। ਇਸ ਤਰ੍ਹਾਂ ਦੀ ਜਦੋਂ ਵੀ ਕੋਈ ਖਬਰ ਆਉਂਦੀ ਆ ਤਾਂ ਲੱਗਦਾ ਕਿ ਦੇਖਿਓ ਕਿਤੇ ਹੋਰ ਭਾਣਾ ਨਾ ਉੱਥੇ ਵਰਤ ਜੇ, ਕਿਉਂਕਿ ਇਹ ਵੀ ਇੱਕ ਸਾਡੀ ਜ਼ਿੰਦਗੀ ਦਾ ਅਹਿਮ ਪਾਰਟ ਹੈ। ਹਾਲਾਂਕਿ ਮੈਨੂੰ ਤਾਂ ਟਾਈਮ ਨਹੀਂ ਲੱਗਦਾ ਫਿਲਮਾਂ ਦੇਖਣ ਦਾ, ਪਹਿਲਾਂ ਬਹੁਤ ਦੇਖਦਾ ਹੁੰਦਾ ਸੀ, ਪਰ ਫਿਰ ਵੀ ਉਹ ਜੋ ਉਹਨਾਂ ਦਾ ਇੱਕ ਸਾਡੀ ਸੁਸਾਇਟੀ ਨੂੰ ਖੜੇ ਕਰਨ ਦੇ ਵਿੱਚ ਯੋਗਦਾਨ ਹੈ, ਐਂਟਰਟੇਨਮੈਂਟ ਦੇ ਵਿੱਚ ਯੋਗਦਾਨ ਹੈ, ਜਦੋਂ ਇਸ ਤਰ੍ਹਾਂ ਦੀ ਘਟਨਾ ਆਉਂਦੀ ਹੈ ਤਾਂ ਦੁੱਖ ਬੜਾ ਲੱਗਦਾ। ਔਰ ਜਿੱਥੇ ਮਾਨਸਿਕ ਤੌਰ ਤੇ ਹੁੰਦਾ ਉੱਥੇ ਅਰਸ਼ਜੀਤ ਵੀ ਹੁੰਦਾ ਕਿ ਸਾਡੇ ਦੇਸ਼ ਦੀ ਇਕਨੋਮੀ ਨੂੰ ਚਲਾਉਣ ਦੇ ਵਿੱਚ ਜਾਂ ਦੁਨੀਆ ਭਰ ਦੀ ਇਕਨੋਮੀ ਨੂੰ ਚਲਾਉਣ ਦੇ ਵਿੱਚ ਇਹ ਵੱਡੀ ਇੰਡਸਟਰੀ ਹੈ ਜਿਹੜਾ ਆਪਣਾ ਰੋਲ ਨਿਭਾ ਰਹੀ ਹੈ। ਜਦੋਂ ਸ਼ੇਕਨ ਹੁੰਦੀ ਹੈ ਤਾਂ ਉਸ ਦੇ ਨਾਲ ਨੁਕਸਾਨ ਫਿਰ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਬੁਝਦੇ ਆ। ਇਸ ਕਰਕੇ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਰੇ ਪਾਸੇ ਸੁੱਖ ਸ਼ਾਂਤ ਰਹੇ। ਜੀ ਬਿਲਕੁਲ, ਕਿਉਂਕਿ ਇਸ ਸਾਲ ਦੇ ਵਿੱਚ ਚਾਹੇ ਉਹ ਟੀਵੀ ਇੰਡਸਟਰੀ ਹੈਗੀ ਹੈ, ਚਾਹੇ ਆਮ ਲੋਕ ਹੈਗੇ ਨੇ, ਤੇ ਚਾਹੇ ਉਹ ਕੋਈ ਦੁਨੀਆ ਦੇ ਵਿੱਚ ਕੋਈ ਵੱਡੇ ਸਟਾਰ ਹੈਗੇ ਨੇ, ਸਾਰਿਆਂ ਦੇ ਉੱਤੇ ਇੱਕ ਕਰੋਪੀ ਆਈ ਹੋਈ ਹੈਗੀ ਹੈ। ਜਦੋਂ ਅਸੀਂ ਬਾਲੀਵੁੱਡ ਦੀ ਗੱਲ ਕਰ ਰਹੇ ਸੀ ਤਾਂ ਮੇਰੇ ਦਿਮਾਗ ਦੇ ਵਿੱਚ ਇਹ ਆ ਰਿਹਾ ਸੀ ਕਿ ਅਸੀਂ ਚਾਹੇ ਉਹਨਾਂ ਲੋਕਾਂ ਦੇ ਫੈਨ ਨਾ ਹੋਈਏ, ਪਰ ਜਿਹੜੇ ਉਹਨਾਂ ਨੇ ਕਰੈਕਟਰ ਨਿਭਾਏ ਹੁੰਦੇ ਨੇ ਫਿਲਮਾਂ ਦੇ ਵਿੱਚ, ਉਹਨਾਂ ਦੇ ਅਸੀਂ ਫੈਨ ਹੋ ਜਾਂਦੇ ਆ, ਜਾਂ ਸਾਨੂੰ ਹੁੰਦਾ ਹੈ ਕਿ ਅਸੀਂ ਦੇਖੀਏ ਕਿ ਆਮ ਜ਼ਿੰਦਗੀ ਦੇ ਵਿੱਚ ਉਹ ਕੀ ਕਰਦੇ ਹੈਗੇ ਆ। ਬਹੁਤ ਕਈ ਤਾਂ ਸਾਡੇ ਰੋਲ ਮਾਡਲ ਤੱਕ ਬਣ ਜਾਂਦੇ ਹੈਗੇ ਨੇ। ਕਹਿੰਦੇ ਕਿ ਉਹਨਾਂ ਨੂੰ ਰੋਲ ਮਾਡਲ ਨਾ ਬਣਾਓ, ਪਰ ਉਹਨਾਂ ਦੇ ਕੀਤੇ ਕਿਰਦਾਰਾਂ ਦੇ ਤੁਸੀਂ ਰੋਲ ਮਾਡਲ ਜ਼ਰੂਰ ਬਣੋ, ਜਿਨ੍ਹਾਂ ਦੇ ਉਹ ਐਕਟਿੰਗ ਕਰਦੇ ਹੈਗੇ ਨੇ ਜਾਂ ਉਹਨਾਂ ਦਾ ਕੰਮ ਹੈਗਾ ਆ। ਪਰ ਇਹ ਹੈ ਕਿ ਜਦੋਂ ਅਸੀਂ ਇਦਾਂ ਦੀਆਂ ਖਬਰਾਂ ਸੁਣਦੇ ਹੈਗੇ ਆ ਤਾਂ ਕਈ ਵਾਰੀ ਅਸੀਂ ਕਈ ਦਿਨ ਸੋਚਦੇ ਰਹਿੰਦੇ ਹੈਗੇ ਆ ਕਿ ਕੀ ਹੋ ਗਿਆ ਹੈਗਾ ਆ। ਕਿ ਆਹ ਸਾਲ ਜਿਹੜਾ ਹੈ ਉਹ ਬਹੁਤ ਜਿਹੜਾ ਹੈ ਕਹਿੰਦੇ ਆ ਕਿ ਜਲਦੀ ਜਲਦੀ ਨਿਕਲ ਜਾਵੇ, ਜਾਂ ਕਹਿੰਦੇ ਜਿਵੇਂ ਤੁਸੀਂ ਪਿਛਲੀ ਵਾਰ ਵੀ ਕਿਹਾ ਸੀਗਾ ਕਿ ਇਹ ਛੇਤੀ ਤੋਂ ਛੇਤੀ ਇਹ ਰੱਬ ਨੂੰ ਸਾਰੇ ਅਰਦਾਸ ਕਰਦੇ ਕਿ ਇਹ ਇੰਸਟਾਲ ਕਰਨਾ ਜਾਂ ਤਾਂ ਭੁੱਲ ਜਾਵੇ ਰੱਬ, ਤੇ ਜਾਂ ਇਹਨੂੰ ਡਿਲੀਟ ਹੀ ਕਰ ਦੇਵੇ ਸਾਡੀ ਲਾਈਫ ਦੇ ਵਿੱਚੋਂ। ਸੋ ਅਰਦਾਸ ਕਰਦੇ ਹਾਂ ਕਿ ਸਾਰੇ ਕਿਤੇ ਸੁੱਖ ਸ਼ਾਂਤੀ ਜਿਹੜੀ ਆ ਉਹ ਬਣੀ ਰਵੇ, ਤੇ ਸਾਨੂੰ ਚੰਗੀਆਂ ਖਬਰਾਂ ਜਿਹੜੀਆਂ ਨੇ ਉਹ ਸੁਣਨ ਲੱਗ ਜਾਣ ਫਿਰ ਤੋਂ, ਜਿਸ ਤਰ੍ਹਾਂ ਸਾਨੂੰ 2019 ਦੇ ਵਿੱਚ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਇਹ ਕੁਝ ਹੋ ਜਾਊਗਾ। ਬਹੁਤ ਭਿਆਨਕ ਹਾਦਸਾ ਵੀ ਹੋਇਆ ਹੈਗਾ ਹੈ, 에ਅਰ ਕ੍ਰੈਸ਼ ਹੋਇਆ, ਉਹਦੇ ਬਾਰੇ ਵੀ ਗੱਲ ਕਰਾਂਗੇ, ਪਰ ਬ੍ਰੇਕ ਲਾ ਲੈਂਦੇ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ। ਸਟ੍ਰੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਇਸ ਤਰ੍ਹਾਂ ਹੀ ਜਾਰੀ ਰਹੇਗੀ। ਤੁਸੀਂ ਬਣੇ ਰਹੋ ਸਾਂਝਾ ਟੀਵੀ ਦੇ ਨਾਲ। ਵੈਲਕਮ ਬੈਕ ਆਫਟਰ ਸ਼ਾਰਟ ਬ੍ਰੇਕ। ਯੂ ਆਰ ਵਾਚਿੰਗ ਸਟ੍ਰੇਟ ਟਾਕ ਸਿੱਧੀ ਗੱਲ ਪ੍ਰੋਗਰਾਮ, ਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋ ਰਹੀ ਹੈ ਮਿਸਟਰ ਹਰਪ੍ਰੀਤ ਸਿੰਘ ਧਾਲੀਵਾਲ ਦੇ ਨਾਲ। ਸੋ ਮਿਸਟਰ ਧਾਲੀਵਾਲ, ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਕਿ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਇਸ ਸਾਲ ਦੇ ਵਿੱਚ, ਤੇ ਹਾਲ ਹੀ ਦੇ ਵਿੱਚ ਜਿਹੜਾ ਹਾਦਸਾ ਹੋਇਆ ਹੈ 에ਅਰ ਇੰਡੀਆ ਦੀ ਫਲਾਈਟ ਦਾ, ਤਾਂ ਉਹ ਬਹੁਤ ਹੀ ਭਿਆਨਕ ਹਾਦਸਾ ਹੈ, ਤੇ ਉਹਦੇ ਵਿੱਚ ਜਿਹੜੇ ਪਾਇਲਟ ਤੇ ਕੋ ਪਾਇਲਟ ਦੀ ਮੌਤ ਹੋ ਜਾਣੀ, ਤੇ ਨਾਲ ਨਾਲ ਜਿਹੜੀਆਂ ਹੋਰ ਖਬਰਾਂ ਆ ਰਹੀਆਂ ਨੇ ਜਿਹੜੇ ਕੋ ਪਾਇਲਟ ਨੇ ਉਹ ਪਿਤਾ ਬਣਨ ਵਾਲੇ ਸੀ ਥੋੜੇ ਜਿਹੇ ਦਿਨਾਂ ਦੇ ਵਿੱਚ। ਸੋ ਬਹੁਤ ਜਦੋਂ ਇਦਾਂ ਦੀਆਂ ਚੀਜ਼ਾਂ ਸਾਹਮਣੇ ਆਉਣੀਆਂ ਕਿ ਹਜੇ ਬੱਚੇ ਨੇ ਜਨਮ ਵੀ ਨਹੀਂ ਲਿਆ ਤੇ ਉਹਨਾਂ ਦੇ ਸਿਰ ਤੋਂ ਪਿਤਾ ਦਾ ਜਿਹੜਾ ਸਾਇਆ ਉੱਠ ਜਾਣਾ, ਸੋ ਬਹੁਤ ਜਿਹੜੀਆਂ ਮੰਦਭਾਗੀਆਂ ਘਟਨਾ ਨੇ ਉਹ ਸਾਹਮਣੇ ਆ ਰਹੀਆਂ ਨੇ, ਤੇ ਨਾਲ ਨਾਲ ਜਿਹੜੇ 20 ਦੇ ਕਰੀਬ ਲੋਕ ਹੈਗੇ ਆ ਉਹਨਾਂ ਦੀ ਵੀ ਮੌਤ ਹੋ ਗਈ ਹੈ, ਤੇ ਨੁਕਸਾਨ ਬਹੁਤ ਜ਼ਿਆਦਾ ਭਾਰੀ ਮਾਤਰਾ ਦੇ ਵਿੱਚ ਹੋਇਆ, ਜਾਨੀ ਵੀ ਤੇ ਮਾਲੀ ਵੀ। ਇਹ ਘਟਨਾ ਨੇ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਅਰਸ਼ੀ, ਤਾਂ ਇੱਕ ਵਾਰੀ ਸਾਰਿਆਂ ਦੇ ਕਾਲਜੇ ਕੰਬ ਜਾਂਦੇ ਆ। ਉਹਦਾ ਕਾਰਨ ਇਹ ਹੈ ਕਿਉਂਕਿ ਦੁਨੀਆ ਹੁਣ ਗਲੋਬਲ ਲੈਵਲ ਤੇ ਵਿਚਰਨ ਬਹੁਤ ਲੱਗੀ। ਹੁਣ ਹਰ ਬੰਦਾ ਬਹੁਤ ਸਾਰੀ ਵੱਡੀ ਤਾਦਾਦ ਦੇ ਵਿੱਚ ਭਾਰਤ ਵਰਗੇ ਅਜੇ ਜਿਹੜੇ ਡਿਵੈਲਪਿੰਗ ਵੱਲ ਨੂੰ ਚੱਲ ਰਹੇ ਨੇ, ਡਿਵੈਲਪ ਹੋਏ ਵੀ ਨਹੀਂ, ਉਹਦੇ 'ਚ ਵੀ ਵੱਡੀ ਗਿਣਤੀ 'ਚ ਲੋਕ ਜਹਾਜ਼ਾਂ ਦੇ ਵਿੱਚ ਸਫ਼ਰ ਕਰਦੇ ਆ ਜੀ। ਬਾਕੀ ਜਿਹੜੇ ਡਿਵੈਲਪ ਮੁਲਕ ਨੇ ਉਹਨਾਂ ਦੇ ਵਿੱਚ ਤਾਂ ਆਮ ਤੌਰ ਤੇ ਜੌਬਸ ਤੇ ਜਾਣ ਵਾਸਤੇ ਵੀ, ਜਿਵੇਂ ਇੱਥੋਂ ਵੀ ਤੁਸੀਂ ਕੈਲਗਰੀ ਜਾਣਾ ਹੈ ਜਾਂ ਕੈਲਗਰੀ ਤੋਂ ਇੱਧਰ ਨੂੰ ਜਾਣਾ ਤਾਂ ਉਹਨਾਂ ਦੇ ਪਾਸ ਬਣੇ ਹੁੰਦੇ, ਹਫ਼ਤੇ 4-4 ਵਾਰ ਉਹਨਾਂ ਨੂੰ ਟਰੈਵਲ ਕਰਨਾ ਪੈਂਦਾ। ਸੋ ਇਹ ਪਾਰਟ ਐਂਡ ਪਾਰਸਲ ਹੋ ਗਿਆ ਤੁਹਾਨੂੰ ਹਵਾਈ ਮਸ਼ੀਨਰੀ ਦੇ ਵਿੱਚ ਉੱਡਣ ਦਾ। ਤੁਹਾਡਾ ਪਹਿਲਾਂ ਇੱਕ ਸਟੇਟਸ ਸਿੰਬਲ ਹੁੰਦਾ ਸੀ, ਹੁਣ ਇਹ ਜ਼ਰੂਰਤ ਬਣ ਗਈ ਹੈ ਜੀ। ਪਰ ਜਦੋਂ ਇਹ ਹਾਦਸਾ ਜਿਹੜਾ ਖਾਸ ਤੌਰ ਤੇ ਕੇਰਲ ਦੇ ਵਿੱਚ ਹੋਇਆ, ਇਹ ਹਾਦਸਾ ਕਿਉਂਕਿ ਭਾਰਤ ਸਰਕਾਰ ਵੱਲੋਂ ਜਿਹੜਾ ਬੰਦੇ ਮਿਸ਼ਨ ਚਲਾਇਆ ਗਿਆ ਸੀ ਕਰੋਨਾ ਕਰਕੇ, ਦੁਨੀਆ ਭਰ ਦੇ ਵਿੱਚ ਬੈਠੇ ਜਿੱਥੇ ਭਾਰਤੀ ਨਾਗਰਿਕ ਨੇ ਉਹਨਾਂ ਨੂੰ ਵਾਪਸ ਲੈ ਕੇ ਆਉਣਾ, ਉਸ ਤਹਿਤ ਜਦੋਂ ਇਹ ਆ ਕੇ ਉੱਥੋਂ ਦੇ ਉਸ 에ਅਰਪੋਰਟ ਤੇ ਆ ਕੇ ਇਸ ਦਾ ਕ੍ਰੈਸ਼ ਹੋਣਾ, ਔਰ ਕ੍ਰੈਸ਼ ਹੋਣ ਤੋਂ ਬਾਅਦ ਬੜਾ ਹੀ ਕਾਬਲ 에ਅਰਪੋਰਟ ਜਿਹੜਾ ਸਾਡਾ ਪਾਇਲਟਸ ਵੀ ਉਹ ਸੀ, ਕੋਈ ਆਮ ਪਾਇਲਟ ਨਹੀਂ ਸੀ ਜਿਹਨੂੰ ਸਵਾਰਡ ਆਫ ਆਨਰ ਮਿਲਿਆ ਹੋਇਆ, ਉਸ ਦੀ ਇਸ ਦੇ ਵਿੱਚ ਡੈਥ ਹੋਣੀ, ਤੇ ਨਾਲ ਕੋ ਪਾਇਲਟ ਦੀ ਉਸ ਦੀ ਮੌਤ ਹੋਣੀ ਜਿਸ ਦੇ ਘਰ ਬੱਚੇ ਨੇ ਜਨਮ ਲੈਣਾ। ਤੁਸੀਂ ਓਨਲੀ ਦਾ ਵੀਅਰਰ ਨੋ ਵੇਅਰ ਦਾ ਸ਼ੂ ਪਿੰਚਸ, ਇੱਕ ਕਹਾਵਤ ਹੈ ਨਾ ਇੰਗਲਿਸ਼ ਦੀ, ਵੀ ਜਿਸ ਤਨ ਲਾ ਕੇ ਸੋ ਤਨ ਜਾਣਾ, ਜੋ ਉਹਨਾਂ ਦੇ ਪਰਿਵਾਰਾਂ ਤੇ ਵਿਚਰੀ ਹੋਣੀ ਹੈ, ਇਸ ਵੇਲੇ ਵਿਚਰ ਰਹੀ ਹੈ।
ਆਪਾਂ ਨੂੰ ਤਾਂ ਖਬਰ ਸਾਂਝੀ ਕਰਦੇ ਹੋਏ ਨੂੰ ਵੀ ਤਕਲੀਫ ਲੱਗਦੀ ਹੈ ਜੀ ਜੋ ਉਹਨਾਂ ਦੇ ਪਰਿਵਾਰਾਂ ਤੇ ਹੁੰਦੀ ਹੋਣੀ ਹੈ ਜਾਂ ਵਿਚਰ ਰਹੀ ਹੈ ਇਸ ਵੇਲੇ ਉਹਨਾਂ ਦੇ ਕੀ ਹਾਲਾਤ ਹੋਣਗੇ ਆਪਾਂ ਸੋਚ ਕੇ ਵੀ ਕਿਤੇ ਨਾ ਕਿਤੇ ਰੂਹ ਨੂੰ ਹੈ ਤਕਲੀਫ ਜੀ ਹੁੰਦੀ ਹੈ। ਸੋ ਉਹ ਸਾਰੇ ਘਟਨਾਕ੍ਰਮ ਦੇ ਵਿੱਚ ਜਿਹੜਾ ਇਹ ਹੋਇਆ, ਜਾਨੀ ਨੁਕਸਾਨਾਂ ਹੋਈਆਂ ਨੇ। ਦੇਖੋ ਇਸ ਦੇ ਵਿੱਚ ਕੁਦਰਤ ਦੀ ਖੇਡ ਕੈਸੀ ਹੈ। ਉਹ ਐਡਾ ਕਾਬਲ ਅਫਸਰ ਜਿਹੜਾ ਪਾਇਲਟ ਜਿਹੜਾ ਪਹਿਲਾਂ ਉਹ 'ਚ 에ਅਰ ਫੋਰਸ ਦੇ ਵਿੱਚ ਵੀ ਪਾਇਲਟ ਰਿਹਾ ਜੀ 1990 ਚ ਵੀ ਉਹਨਾਂ ਦਾ ਜਹਾਜ਼ ਕ੍ਰੈਸ਼ ਹੋ ਗਿਆ ਸੀ ਲੜਾਈ ਲੜਦੇ ਹੋਏ। ਹੂੰ ਉਸ ਵੇਲੇ ਉਹਨਾਂ ਦੇ ਬਹੁਤ ਸੱਟਾਂ ਲੱਗੀਆਂ ਸੀ, ਉਹਨਾਂ ਦਾ ਜੌਬ ਵਗੈਰਾ ਟੁੱਟ ਗਿਆ ਸੀ, ਹੋਰ ਹੋਈਆਂ ਸੀ, ਪਰ ਸਿਰੜੀ ਬੰਦਾ ਬਹੁਤ ਸੀ। ਦੁਬਾਰਾ ਟੈਸਟ ਪਾਸ ਕੀਤਾ, ਦੁਬਾਰਾ ਫੇਰ ਆ ਕੇ ਜਹਾਜ਼ ਉਡਾਉਣ ਲੱਗਿਆ। ਇਸੇ ਕਰਕੇ ਉਹਨਾਂ ਨੂੰ ਅਵਾਰਡ ਆਨਰ ਆਫ ਸਵਾਰਡ ਮਿਲਿਆ। ਸੋ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਚਲੋ ਉਹ ਗਏ ਆ, ਉਹਨਾਂ ਦੁੱਖ ਤਕਲੀਫ ਹੋਣੀ। ਖੈਰ ਸਰਕਾਰ ਉੱਥੇ ਉਹ ਕੰਮ ਕਰ ਰਹੀ ਹੈ ਕਿ ਉਹਨਾਂ ਨੂੰ ਹਸਪੀਟਲਾਈਜ਼ ਜਿਹੜੇ ਨੂੰ ਕੀਤਾ ਹੈ। ਇੱਕ ਖਬਰ ਇਦਾਂ ਦੀ ਵੀ ਹੈ ਕਿ ਇੱਕ ਪਰਿਵਾਰ ਜਿਹੜਾ ਦੁਬਈ ਤੋਂ ਸੀ, ਉਹਨੇ ਆਉਣਾ ਸੀ, ਉਹਦੇ 7 ਮੈਂਬਰ ਸੀ ਜਹਾਜ਼ 'ਚ, ਔਰ 7 ਦੇ 7 ਦਾ ਬਚਾਅ ਹੋ ਗਿਆ। ਜੀ ਉਹ ਬੰਦੇ ਨੇ ਦੁਬਈ ਤੋਂ ਇੱਕ ਇੰਗਲਿਸ਼ ਅਖਬਾਰ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਐਡਾ ਵੱਡਾ ਇਲਫੇਟਡ ਜਹਾਜ਼ ਸੀ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਘਰ ਤਬਾਹ ਹੋ ਗਏ, ਪਰ ਕਹਿੰਦਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰਾ ਪਰਿਵਾਰ ਦੇ ਥੋੜੀ ਬਹੁਤੀ ਸੱਟਾਂ ਤਾਂ ਲੱਗੀਆਂ, ਸਾਰੇ ਮੇਰਾ ਪਰਿਵਾਰ ਕਹਿੰਦਾ ਤੇ ਮੇਰੇ ਭਰਾ ਦਾ ਪਰਿਵਾਰ, ਉਹ ਦੋਵਾਂ ਦੀ ਬਿਲਕੁਲ ਪਰਮਾਤਮਾ ਨੇ ਬਚਾ ਲਏ। ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਬਿਲਕੁਲ ਗੱਲ ਤੁਹਾਡੀ ਸਹੀ ਹੈ। ਉਸੇ ਤਰੀਕੇ ਦੇ ਨਾਲ ਹੁਣ ਉਹ ਜਿਹੜਾ ਜਹਾਜ਼ ਦਾ ਜਿਹੜਾ, ਕਿਉਂਕਿ ਇਹ ਜਿਹੜਾ ਉੱਥੋਂ ਦਾ 에ਅਰਪੋਰਟ ਹੈ ਇਹ ਇੱਕ ਤਰੀਕੇ ਨਾਲ ਟੇਬਲ ਪੋਰਟ ਟਾਈਪ ਬਣਿਆ ਹੋਇਆ ਸੀਗਾ, ਉਹ ਬੜੀ ਉਚਾਈ ਪਹਾੜੀ ਜੀ ਤੇ ਬਣਿਆ ਹੋਇਆ ਸੀ। ਹੁਣ ਉਸ ਦਾ ਜਿਹੜਾ ਬਲੈਕ ਬਾਕਸ ਹੁੰਦਾ ਜਹਾਜ਼ ਦੇ ਵਿੱਚ, ਜਦੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੋਣੀ ਉਹਦੀ ਰਿਕਾਰਡਿੰਗ ਹੁੰਦੀ ਰਹਿੰਦੀ ਹੈ। ਜਦੋਂ ਜੋ ਜਹਾਜ਼ ਉੱਡਦਾ ਹੈ ਕੱਲੀ ਕੱਲੀ ਚੀਜ਼ ਉਸ ਦੇ ਵਿੱਚ ਹੁੰਦੀ ਹੈ, ਉਹਨੂੰ ਬਲੈਕ ਬਾਕਸ ਬੋਲਦੇ ਆ। ਜੀ ਜੀ ਜਦੋਂ ਵੀ ਕੋਈ ਚਾਹੇ ਉਹਦਾ ਹਾਦਸਾ ਹੋ ਜੇ, ਚਾਹੇ ਕੋਈ ਬਲਾਸਟ ਹੋ ਜੇ ਜਾਂ ਕੋਈ ਵੀ ਕਾਰਨ ਹੋਣ, ਫਿਰ ਉਸ ਦੀ ਜਾਂਚ ਪੜਤਾਲ ਦੇ ਵਿੱਚ ਬਲੈਕ ਬਾਕਸ ਦਾ ਬੜਾ ਅਹਿਮ ਰੋਲ ਹੁੰਦਾ। ਔਰ ਬਹੁਤੀ ਥਾਈਂ ਜੇ ਕਈ ਵਾਰੀ ਸਮੁੰਦਰ ਵਗੈਰਾ 'ਚ ਡਿੱਗ ਜਾਂਦੇ ਆ ਤਾਂ ਉਹ ਮਾਫ ਕਰਨਾ ਬਲੈਕ ਬਾਕਸ ਮਿਲਦੇ ਨਹੀਂ। ਹੁਣ ਇਹ ਸਰਕਾਰ ਨੇ ਜਿਹੜੀ ਏਜੰਸੀਆਂ ਸੀ ਜਾਂਚ ਪੜਤਾਲ ਲਾਈ, ਉਹਦਾ ਬਲੈਕ ਬਾਕਸ ਮਿਲ ਗਿਆ। ਹੁਣ ਉਹ ਜਾਂਚ ਪੜਤਾਲ ਦੇ ਵਿੱਚ ਇਹ ਸਾਹਮਣੇ ਆਊਗਾ ਵੀ ਉਹਦਾ ਕਾਰਨ ਕੀ ਸੀ, ਕਿਉਂਕਿ ਪਹਿਲਾਂ ਵੀ ਉਸ ਜਹਾਜ਼ ਨੂੰ ਸੇਠੀਆ ਸਾਹਿਬ ਲੈ ਕੇ ਆਏ ਸੀ, ਪਰ ਉੱਥੇ ਉਹ ਲੈਂਡ ਨਾ ਕਰ ਸਕੇ। ਜੇ ਲੈਂਡ ਨਾ ਕਰ ਸਕੇ ਦੁਬਾਰਾ ਉੱਡਣਾ, ਉਹਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਉਸ ਲੇਨ ਤੇ ਜਾ ਕੇ ਚਲੇ ਗਏ ਤੁਹਾਨੂੰ ਪ੍ਰੋਪਰ ਉਹ ਲੇਨ ਦਿਖਦੀ ਨਹੀਂ ਸੀ। ਫਿਰ ਜਿਹੜਾ ਥੱਲੇ ਸਾਡਾ 에ਅਰ ਡਿਪਾਰਟਮੈਂਟ ਜਿਹੜਾ ਥੱਲੇ ਕੰਟਰੋਲ ਕਰਦਾ, ਜਹਾਜ਼ ਦੇ ਪਾਇਲਟ ਦੀ ਉਨੀ ਜ਼ਿੰਮੇਵਾਰੀ ਨਹੀਂ ਹੁੰਦੀ। ਥੱਲੇ ਜਿਹੜਾ 에ਅਰ ਸਪੇਸ ਨੂੰ ਕੰਟਰੋਲ ਕਰਨ ਵਾਲੇ ਜਿਹੜੇ ਯੂਨਿਟਸ ਲੱਗੇ ਹੋਏ ਆ, ਜਿਹੜੇ ਉਹਦੇ 'ਚ ਲੋਕ ਕੰਮ ਕਰਦੇ ਆ, ਉਹਨਾਂ ਨੇ ਉਹਨਾਂ ਨੂੰ ਅਲਾਉ ਕਰਨਾ ਹੁੰਦਾ ਕਿ ਹੁਣ ਸਾਰਾ ਕੁਝ ਸੁਰੱਖਿਅਤ ਹੈ, ਹੁਣ ਤੁਸੀਂ ਇਸ ਐਂਗਲ ਤੇ ਆ ਕੇ ਇੰਨੇ ਨੌਟੀਕਲ ਤੋਂ ਥੱਲੇ ਜਾ ਕੇ ਹੁਣ ਤੁਸੀਂ ਇੰਨੀ ਸਪੀਡ ਤੇ ਹੁਣ ਤੁਸੀਂ ਇਹਨੂੰ ਲੈਂਡ ਕਰ ਸਕਦੇ ਹੋ। ਹੁਣ ਇਹ ਸਾਰੀ ਜਾਂਚ ਪੜਤਾਲ ਹੋਊਗੀ। ਉਸ ਜਾਂਚ ਪੜਤਾਲ ਦੇ ਵਿੱਚ ਨਿਕਲ ਕੇ ਫਿਰ ਸਾਹਮਣੇ ਆਊਗਾ ਕਿ ਆਖਰ ਇਹ ਕਿਹਦਾ ਹੈ ਨੁਕਸ ਸੀ, ਕਿਹਦਾ ਕਸੂਰ ਸੀ। ਹਾਲਾਂਕਿ ਉੱਥੋਂ ਦੇ ਇੱਕ ਅਫਸਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਇਹ ਵੀ ਕਿਹਾ ਕਿ ਪਿਛਲੇ 3 ਮਹੀਨਿਆਂ ਦੇ ਵਿੱਚ 100 ਦੇ ਕਰੀਬ ਫਲਾਈਟਸ ਹੋ ਚੁੱਕੀਆਂ ਨੇ ਇੱਥੇ। ਇਹੋ ਜਿਹੀ ਗੱਲ ਨਹੀਂ ਵੀ ਹੈ ਵੀ ਉਹ ਬਿਲਕੁਲ ਹੀ ਟੁੱਟੀ ਹੋਈ ਸੀ ਉੱਥੇ, ਉਹਨਾਂ ਦਾ ਜਿਹੜਾ ਰਨਵੇ ਸੀ ਉਹ ਬੜਾ ਬੁਰਾ ਹਾਲ ਸੀ। ਹਾਂ ਮੀਂਹ ਪੈ ਰਿਹਾ ਸੀ, ਇੱਕ ਵੱਖਰੀ ਗੱਲ ਹੈ, ਪਰ ਇਸ ਦੇ ਵਿੱਚ ਜਿਹੜੀ ਨੁਕਸਾਨ ਹੋਇਆ ਉਸ ਦੇ ਵਿੱਚ ਜਾਂਚ ਪੜਤਾਲ ਤਾਂ ਬਿਠਾ ਦਿੱਤੀ ਗਈ ਹੈ। ਉਹ ਨਿਕਲੂਗਾ ਕੀ ਇਹ ਦੂਰ ਦੀ ਗੱਲ ਹੈ, ਪਰ ਜਿਹੜੇ ਪਰਿਵਾਰਾਂ ਨੂੰ ਜਿਹੜੇ ਦਹਾਕਿਆਂ ਦੇ ਜਾਂ ਉਮਰਾਂ ਦੇ ਜਿਹੜੇ ਤਕਲੀਫ ਤੇ ਦੁੱਖ ਦੇ ਗਿਆ, ਇਸ ਦਾ ਕੋਈ ਆਪਾਂ ਆਪਣੇ ਕੋਲ ਕੋਈ ਤੋੜ। ਜੀ ਬਿਲਕੁਲ, ਬਹੁਤ ਸਾਰੇ ਹਾਦਸੇ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ ਤੇ ਉਸ ਤੋਂ ਬਾਅਦ ਇਦਾਂ ਲੱਗਦਾ ਹੁੰਦਾ ਕਿ ਕੀ ਹੋਊਗਾ ਦੁਨੀਆ ਦਾ, ਕਿ ਕੀ ਕੁਝ ਹੈ। ਕਿਉਂਕਿ ਇੱਕ ਥਾਂ ਦੇ ਉੱਤੇ ਜਦੋਂ ਅਸੀਂ ਕਈ ਥਾਵਾਂ ਤੇ ਗੱਲ ਕਰਦੇ ਹਾਂ ਕਿ ਪਾਇਲਟ ਦੀ ਸੂਝ-ਬੂਝ ਨਹੀਂ ਸੀ ਜਾਂ ਪਾਇਲਟ ਨੂੰ ਲਾਇਸੈਂਸ ਉਹਨਾਂ ਦੇ ਸਹੀ ਨਹੀਂ ਸੀ, ਜਿਵੇਂ ਪਾਕਿਸਤਾਨ 에ਅਰਲਾਈਨਸ ਦੇ ਨਾਲ ਸਾਹਮਣੇ ਆਇਆ, ਪਰ ਇਹ ਤਾਂ ਇੱਕ ਅਜਿਹਾ ਵਧੀਆ ਇਨਸਾਨ ਹੈ ਜਿਹੜਾ ਜਿਹਦੇ ਕੋਲ ਐਕਸਪੀਰੀਅੰਸ ਸੀਗਾ, ਉਹ ਪਾਇਲਟ ਉਡਾ ਰਿਹਾ ਸੀਗਾ। ਤੇ ਇਹਦੀ ਜਾਂਚ ਜਿਹੜੀ ਆ ਹੋਣੀ ਲਾਜ਼ਮੀ ਹੈਗੀ ਹੈ ਕਿ ਕਿੱਥੇ ਗਲਤੀ, ਕਿੱਥੇ ਮਾਰ ਖਾਈ ਹੈ ਇਸ ਜਹਾਜ਼ ਨੇ, ਜਾਂ ਕੀ ਹੋਇਆ ਸੀ, ਕੀ ਸਰਕਮਸਟੈਂਸਸ ਬਣੇ ਸੀ। ਹਾਂ ਬਿਲਕੁਲ, ਤੁਸੀਂ ਬੜਾ ਸੋਹਣਾ ਤੁਸੀਂ ਇਸ਼ੂ ਚੱਕਿਆ। ਪਾਕਿਸਤਾਨ ਦੇ ਵਿੱਚ ਜਦੋਂ 1-2 ਬੰਦਿਆਂ ਦੀਆਂ ਉਹਨਾਂ ਦੀ ਜਿਹੜੀ ਫਲਾਈਟ ਦੇ ਵਿੱਚ ਉਹਨਾਂ ਦੀ ਸ਼ਿਕਾਇਤ ਆਈ, ਉਸ ਤੋਂ ਬਾਅਦ ਜਾਂਚ ਪੜਤਾਲ ਹੋਈ, ਉਸ ਦੇ ਵਿੱਚ ਸੈਂਕੜੇ ਬੰਦੇ ਇਸ ਤਰ੍ਹਾਂ ਦੇ ਪਾਏ ਗਏ ਜੀ ਬਿਲਕੁਲ, ਨੌਕਰੀ ਤੋਂ ਕੱਢ ਦਿੱਤਾ ਗਿਆ ਉਹਨਾਂ ਨੂੰ, ਜਿਹੜੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਦੇ ਸੀ ਜੀ। ਔਰ ਉਸ ਤੋਂ ਬਾਅਦ 'ਚੋਂ ਪਾਕਿਸਤਾਨ ਨੂੰ ਨਮੋਸ਼ੀ ਦਾ ਇੰਟਰਨੈਸ਼ਨਲ ਲੈਵਲ ਤੇ ਪੱਧਰ ਤੇ ਨਮੋਸ਼ੀ ਝੱਲਣੀ ਪਈ।
ਵੱਖ-ਵੱਖ ਮੁਲਕਾਂ ਨੇ, ਯੂਰਪੀਅਨ ਮੁਲਕਾਂ ਨੇ, ਈਵਨ ਕਿ ਕੁਝ ਮੁਸਲਮਾਨ ਮੁਲਕਾਂ ਨੇ ਵੀ ਉਹਨਾਂ ਨੂੰ ਮਨਾ ਕਰਤਾ ਕਿ ਸਾਡੇ ਆਪ ਦਾ ਇੱਥੇ ਜਹਾਜ਼ ਲੈ ਕੇ ਨਹੀਂ ਆਉਣਾ। ਕੀ ਪਤਾ ਉਤਰੇ ਕਿ ਨਾ ਉਤਰੇ, ਕੀ ਪਤਾ ਜਿਹੜੀਆਂ ਜਾਨਾਂ ਉੱਤੇ ਕੀਮਤੀ ਨੇ ਤੁਸੀਂ ਤਬਾਹ ਕਰ ਦੋ। ਉਹਦੇ ਨਾਲ 에ਅਰਲਾਈਨਾਂ ਨੇ ਵੀ ਹੱਥ ਬੰਨ੍ਹ ਲਏ ਵੀ ਇਹ ਤਾਂ ਬੜਾ ਚੱਕਰ ਹੈ। ਸੋ ਇਸ ਕਰਕੇ ਉਸ ਚੀਜ਼ ਨੂੰ ਮੰਨ ਕੇ, ਪਰ ਇੱਥੇ ਵਾਲਾ ਜਿਹੜਾ ਹਾਦਸਾ ਸੀ ਉਹ ਐਡਾ ਕਾਬਲ ਵਿਅਕਤੀ ਹੋਣ ਦੇ ਬਾਵਜੂਦ ਜਿਹੜਾ ਹੋਣਾ ਉਹ ਬੜੇ ਦੁਖਦਾਈ ਹੈ। ਜੀ ਬਿਲਕੁਲ। ਤੇ ਹੁਣ ਜਦੋਂ ਅਸੀਂ ਭਾਰਤ ਦੀ ਗੱਲ ਕਰ ਹੀ ਰਹੇ ਹਾਂ ਤਾਂ ਭਾਰਤ ਦੇ ਵਿੱਚ ਇੱਕ ਹੋਰ ਜਿਹੜੀ ਘਟਨਾ ਹੋਈ ਹੈਗੀ ਆ, ਇੱਕ ਜਿਹੜਾ ਮੁਸਲਿਮ ਆਟੋ ਡਰਾਈਵਰ ਸੀਗਾ ਉਹਦੇ ਨਾਲ ਉਹਦੇ ਉੱਤੇ ਹਮਲਾ ਹੋਇਆ ਹੈਗਾ ਹਿੰਦੂ ਲੋਕਾਂ ਦੇ ਵੱਲੋਂ, ਜਦੋਂ ਉਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਨਹੀਂ ਲਗਾਏ, ਮੋਦੀ ਜ਼ਿੰਦਾਬਾਦ ਦੇ ਨਾਅਰੇ ਨਹੀਂ ਲਗਾਏ। ਸੋ ਇਹ ਚੀਜ਼ਾਂ ਜਦੋਂ ਸਾਹਮਣੇ ਆਉਂਦੀਆਂ ਉਦੋਂ ਲੱਗਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ, ਕਿੱਥੇ ਜਾ ਰਹੇ ਹਾਂ। ਅਰਸ਼ੀ, ਇਹ ਘਟਨਾਵਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ, ਕਹਿੰਦੇ ਹੁੰਦੇ ਨੇ ਛੋਟੀ ਚੀਜ਼ ਤੋਂ ਹੀ ਵੱਡੀ ਚੀਜ਼ ਜਾ ਕੇ ਨਾਸੂਰ ਬਣਦੀ ਹੁੰਦੀ ਹੈ। ਪਰ ਜਿਹੜੇ ਪਿਛਲੇ 6 ਸਾਲਾਂ ਤੋਂ ਭਾਰਤ ਦੇ ਵਿੱਚ ਹਾਲਾਤ ਬਣੇ ਹੋਏ ਨੇ, ਇਹ ਹੁਣ ਲਗਭਗ ਨਾਸੂਰ ਬਣ ਚੁੱਕੇ ਆ ਜੀ। ਭਾਵੇਂ ਕਿ ਇਹਨੂੰ ਅਸੀਂ ਜਿੰਨਾ ਮਰਜ਼ੀ ਇਗਨੋਰ ਕਹੀ ਜਾਈਏ ਕਿ ਨਹੀਂ ਜੀ ਕੁਝ ਨਹੀਂ ਹੋਇਆ, ਉਹ ਆਪਣੇ ਦੇਖ ਕੇ, ਅੱਖਾਂ ਦੇਖ ਕੇ, ਮਤਲਬ ਬਿੱਲੀ ਨੂੰ ਦੇਖ ਕੇ ਕਬੂਤਰ ਜੇਕਰ ਅੱਖਾਂ ਬੰਦ ਕਰਦਾ ਕਿ ਮੈਨੂੰ ਕੁਝ ਨਹੀਂ ਹੁੰਦਾ, ਇਹ ਉਹਦੀ ਗਲਤੀ ਹੈ ਜੀ। ਜਿਹੜੇ ਦੇਸ਼ ਦੇ ਵਿੱਚ ਹਾਲਾਤ ਪਿਛਲੇ 6 ਸਾਲਾਂ ਤੋਂ ਇੱਕ ਮੌਬ ਲਿੰਚਿੰਗ ਦਾ ਦੌਰ ਸ਼ੁਰੂ ਹੋ ਗਿਆ, ਉਸ ਦੇ ਵਿੱਚ ਕਿਤੇ ਨਾ ਕਿਤੇ ਪਲਾਨਿੰਗ ਦੇ ਤਹਿਤ ਸਰਕਾਰ ਕਟਹਿਰੇ 'ਚ ਖੜੀ ਨਜ਼ਰ ਆਉਂਦੀ ਹੈ। ਸਰਕਾਰ ਦਾ ਜਿਹੜਾ ਨਜ਼ਰੀਆ ਹੈ ਉਹ ਬਾਇਸ ਖੜਾ ਨਜ਼ਰ ਆਉਂਦਾ ਹੈ। ਸਰਕਾਰ ਇਸ ਤਰੀਕੇ ਨਾਲ ਨਜ਼ਰ ਆਉਂਦੀ ਹੈ ਕਿ ਉਹ ਇਹਨਾਂ ਨੂੰ ਇਨਡਾਇਰੈਕਟਲੀ ਸਪੋਰਟ ਕਰ ਰਹੀ ਹੈ। ਉਹ ਸਾਰੀ ਚੀਜ਼ ਨੇ ਦੇਸ਼ ਦੀ ਜਿਹੜੀ ਭੱਲ ਬਣੀ ਹੋਈ ਸੀ, ਜਿਹੜੀ ਦੇਸ਼ ਦੀ ਇੱਕ ਪਹਿਚਾਣ ਬਣੀ ਹੋਈ ਸੀ, ਜਿਹੜਾ ਆਪਾਂ ਬਚਪਨ ਤੋਂ ਸੁਣਦੇ ਆ ਰਹੇ ਸੀ ਕਿ ਭਾਰਤ ਏਕ ਔਰ ਧਰਮ ਅਨੇਕ, ਉਸ ਚੀਜ਼ ਨੂੰ ਜਿਹੜੀ ਗਹਿਰੀ ਸੱਟ ਮਾਰੀ ਹੈ ਉਹ ਕੱਲੀ ਭਾਰਤ 'ਚ ਨਹੀਂ ਵੱਜੀ। ਇਸ ਭੁਲੇਖੇ 'ਚੋਂ ਸਾਨੂੰ ਬਾਹਰ ਨਿਕਲਣਾ ਚਾਹੀਦਾ। ਬਹੁਤ ਸਾਰੇ ਲੋਕਾਂ ਦੀ ਸੋਚਣੀ ਬੜੀ ਛੋਟੀ ਹੁੰਦੀ ਹੈ। ਉਹ ਸੋਚਦੇ ਆ ਕਿ ਹੁਣ ਇੱਥੇ ਸਾਡੀ ਸਰਕਾਰ ਹੈ, ਜੋ ਕੁਝ ਅਸੀਂ ਮਰਜ਼ੀ ਕਰਦੇ ਰਹੀਏ, ਕਿਸੇ ਜਾਤ ਧਰਮ ਨਾਲ ਧੱਕਾ ਕਰਦੇ ਰਹੀਏ। ਹੁਣ ਉਹ ਇਹ ਗੱਲ ਭੁੱਲ ਗਏ ਆ ਕਿ ਹੁਣ ਦੁਨੀਆ ਇੱਕ ਪਿੰਡ ਹੈ। ਬਿਲਕੁਲ। ਸਾਰੇ ਜਿਹੜੇ ਮੁਲਕ ਨੇ ਉਹ ਤੁਹਾਡੇ ਗੁਆਂਢੀਆਂ ਵਰਗੇ ਨੇ। ਉਹ ਸਭ ਨੂੰ ਪਤਾ ਤੁਹਾਡੇ ਅੰਦਰ ਕੀ ਹੋ ਰਿਹਾ। ਤੁਸੀਂ ਆਪਣੇ ਆਪ ਭੁਲੇਖੇ 'ਚ ਬੈਠੇ ਰਹੋ ਕਬੂਤਰ ਵਾਂਗੂ ਕਿ ਸਾਨੂੰ ਕੁਝ ਨਹੀਂ ਹੋਇਆ, ਅਸੀਂ ਜੋ ਗੁੰਡਾ ਮਰਜ਼ੀ ਬੁਰਸ਼ਾਗਰਦੀ ਇੱਥੇ ਕਰਦੇ ਰਹੀਏ। ਇਸ ਦੇ ਨਤੀਜੇ ਬਹੁਤ ਭਿਆਨਕ ਨਿਕਲ ਸਕਦੇ ਆ ਜੀ। ਇਸ ਵੇਲੇ ਜਿਹੜਾ 6 ਸਾਲਾਂ ਤੋਂ ਇੱਥੇ ਜੋ ਕੁਝ ਚੱਲ ਰਿਹਾ ਹੈ, ਇਹ ਹੁਣ ਜਿਹੜੀ ਘਟਨਾ ਦਾ ਤੁਸੀਂ ਜ਼ਿਕਰ ਕੀਤਾ ਹੈ, ਸੀਕਰ ਦੀ ਘਟਨਾ ਹੈ। ਰਾਜਸਥਾਨ ਦੇ ਵਿੱਚ ਇੱਕ ਥਾਂ ਪੈਂਦੀ ਹੈ ਸੀਕਰ ਦੇ ਵਿੱਚ ਇੱਕ ਬਜ਼ੁਰਗ 50-55 ਸਾਲ ਦਾ, ਉਹ ਜਿਹੜਾ ਟੈਂਪੂ ਚਲਾ ਕੇ ਆਪਣੇ ਪਰਿਵਾਰ ਨੂੰ ਰੋਟੀ ਦਿੰਦਾ, ਉਹ 3 ਵੀਲਰ ਦੇ ਵਿੱਚ ਜਾ ਰਿਹਾ ਹੈ। ਉਸ ਨੂੰ ਸਵੇਰ ਦੇ 4-4:30 ਵਜੇ 2-3 ਮੁੰਡੇ ਜਿਹੜੇ ਉੱਥੇ ਇੱਕ ਟੈਂਪੂ ਟਾਈਪ ਗੱਡੀ ਜੀ 'ਚ ਖੜੇ ਉਹਨੂੰ ਰੋਕਦੇ ਆ। ਰੋਕ ਕੇ ਉਸ ਤੋਂ ਖਾਣ ਵਾਸਤੇ ਕੋਈ ਜਰਦਾ ਜਾਂ ਪਤਾ ਨਹੀਂ ਕੀ ਮੰਗਦੇ ਆ। ਉਹਦੇ ਕੋਲ ਉਹ ਹੁੰਦਾ ਜਾਂ ਨਹੀਂ ਹੁੰਦਾ ਬਾਅਦ ਦੀ ਗੱਲ ਹੈ, ਪਰ ਚਾਂਵਲੇ ਹੋਏ ਉਹਨੂੰ ਕਹਿੰਦੇ ਆ ਉਹਦੀ ਦਾੜੀ ਦੇਖ ਕੇ ਕਿ ਬੋਲ ਬਈ ਜੈ ਮੋਦੀ, ਬੋਲ ਬਈ ਜੈ ਹਿੰਦੁਸਤਾਨ, ਬੋਲ ਬਈ ਜੈ ਸ਼੍ਰੀ ਰਾਮ। ਜਦੋਂ ਕਹਿੰਦਾ ਉਹ ਉਹਨਾਂ ਨਾਲ ਸਿਆਣਾ ਹੋਣ ਦੇ ਨਾਤੇ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਤੇ ਹੱਥੋਂ ਪਾਈ ਹੋ ਜਾਂਦੇ ਆ, ਉਹਦੇ ਤੇ ਹਮਲਾ ਕਰ ਦਿੰਦੇ ਆ। ਜਦੋਂ ਉਹਨੂੰ ਸਮਝ ਆਉਂਦਾ ਕਿ ਇਹ ਮੇਰੇ ਗਲ ਪੈਣਗੇ ਜਾਂ ਗਲ ਪੈ ਚੁੱਕੇ ਆ, ਉਹ ਆਪਣਾ ਉੱਥੋਂ 3 ਵੀਲਰ ਭਜਾ ਕੇ ਨਿਕਲਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਉਹ ਖੁਰਾਫਾਤੀ ਲੋਕ, ਉਹ ਬੇਡਰ ਲੋਕ, ਜਿਨ੍ਹਾਂ ਨੂੰ ਇਹ ਲੱਗਦਾ ਕਿ ਸਰਕਾਰ ਪ੍ਰਸ਼ਾਸਨ ਸਾਡੀ ਪਿੱਠ ਤੇ ਖੜੀ ਹੈ, ਸਾਡੇ ਕੋਲ ਇੱਕ ਬਹੁਤ ਵੱਡੀ ਗਿਣਤੀ ਹੈ ਜਿਹੜੀ ਸਾਨੂੰ ਇਸ ਗੱਲ ਤੇ ਸਪੋਰਟ ਕਰੂਗੀ, ਉਹਨਾਂ ਨੂੰ ਪਤਾ ਹੈ ਕਿ ਅਸੀਂ ਕ੍ਰਾਈਮ ਕਰਾਂਗੇ ਸਾਡਾ ਹੋਣਾ ਕੱਖ ਨਹੀਂ, ਫਿਰ ਉਹਦਾ ਪਿੱਛਾ ਕਰਦੇ ਜੀ। ਪਿੱਛਾ ਕਰਕੇ ਇੱਕ ਥਾਂ ਤੇ ਜਾ ਕੇ ਘੇਰਦੇ ਆ, ਫਿਰ ਉਹ ਤੇ ਲਾਠੀ ਡੰਡਿਆਂ ਨਾਲ ਉਹ ਤੇ ਹਮਲਾ ਕਰਦੇ ਆ ਜੀ। ਉਹਦੇ ਵਿਚਾਰੇ ਦਾ ਇੱਕ ਮੂੰਹ ਤੇ ਸੱਟਾਂ ਲੱਗਦੀਆਂ ਨੇ, ਅੱਖਾਂ ਸੁੱਜੀਆਂ ਪਈਆਂ ਨੇ, ਦੰਦ ਵੀ ਟੁੱਟ ਗਏ। ਉਹਨੇ ਹੁਣ ਰਿਪੋਰਟ ਜਿਹੜੀ ਦਰਜ ਕਰਾਈ ਹੈ, ਉਸ ਮਾਮਲੇ ਦੇ ਵਿੱਚ ਉਹਨਾਂ 2 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਵੱਖ-ਵੱਖ ਧਾਰਾਵਾਂ ਦੇ ਤਹਿਤ। 343 ਧਾਰਾ ਵੀ ਲੱਗੀ ਹੈ, 506 ਧਾਰਾ ਵੀ ਉਹਨਾਂ ਤੇ ਲੱਗੀ ਹੈ, ਔਰ ਇਸ ਤੋਂ ਇਲਾਵਾ ਵੀ ਕੁਝ ਧਾਰਾਵਾਂ ਉਹਨਾਂ ਤੇ ਹੋਰ ਲੱਗੀਆਂ ਨੇ, ਜਿਹਦੇ ਵਿੱਚ ਜਿਹੜੀ ਹੁੰਦੀ ਹੈ ਵੀ ਮਾਹੌਲ ਖਰਾਬ ਕਰਨ ਦੀ ਘਟਨਾਵਾਂ ਵੀ ਹੋ ਰਹੀਆਂ ਨੇ। ਇਹ ਤਾਂ ਹੈ ਰਾਜਸਥਾਨ, ਜਿੱਥੇ ਕਾਂਗਰਸ ਦੀ ਸਰਕਾਰ ਹੈ। ਕਾਂਗਰਸ ਦੀ ਸਰਕਾਰ ਨੇ ਤਾਂ ਉਹਨਾਂ ਤੇ ਮੁਕੱਦਮਾ ਦਰਜ ਕਰਤਾ, ਪਰ ਇੱਕ ਥੋੜੀ ਹੈ ਇੱਥੇ, ਵੱਡੀ ਇੱਕ ਫੇਰ ਰਿਸ਼ਤਾ ਹੈ। ਤੁਸੀਂ ਪਿੱਛੇ ਜਾ ਕੇ ਦੇਖੋ, ਝਾਰਖੰਡ ਤੁਹਾਨੂੰ ਯਾਦ ਹੋਣਾ, ਝਾਰਖੰਡ ਸਟੇਟ ਦੇ ਵਿੱਚ 2019 ਐਂਡ ਤੱਕ ਬੀਜੇਪੀ ਦੀ ਸਰਕਾਰ ਰਹੀ। ਰਘੁਦਾਸ ਸ਼ਾਇਦ ਉੱਥੋਂ ਦੇ ਮੁੱਖ ਮੰਤਰੀ ਸੀ। ਉਹਨਾਂ ਦੀ ਸਰਕਾਰ 'ਚ 22 ਵਾਰੀ ਗਰੀਬਾਂ ਤੇ, ਮਜ਼ਲੂਮਾਂ ਤੇ ਜਾਂ ਫਿਰ ਘੱਟ ਗਿਣਤੀਆਂ ਤੇ ਹਮਲੇ ਹੋਏ, ਔਰ ਉਹਨਾਂ ਦੇ ਵਿੱਚ ਕਿਸੇ ਦੇ ਖਿਲਾਫ ਜਦੋਂ ਤੁਸੀਂ ਤਾਕਤਾਂ ਨੂੰ ਬਲ ਦਿੰਦੇ ਹੋ
ਜਦੋਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਦੇ ਹੋ, ਉੱਥੇ ਦੀ ਤੁਹਾਨੂੰ ਉਹ ਘਟਨਾ ਯਾਦ ਹੋਣੀ, ਜਿਹੜਾ ਤਬਰੇਜ਼ ਅਨਸਾਰੀ ਸੀ, ਉਸ ਨੂੰ ਖੰਭੇ ਨਾਲ ਬੰਨਿਆ ਗਿਆ, ਖੰਭੇ ਨਾਲ ਬੰਨ ਕੇ ਸਾਰੀ ਰਾਤ ਕੁੱਟਮਾਰ ਕਰਦੇ ਰਹੇ, ਆਖਰ ਉਸ ਦੀ ਮੌਤ ਹੋਈ। ਉਹਦਾ ਭਾਰਤ ਦੇ ਵਿੱਚ ਸਾਨੂੰ ਅਫਸੋਸ ਕੋਈ ਨਹੀਂ ਹੈ, ਉਹਦਾ UN 'ਚ ਚਰਚਾ ਹੋਈ ਸੀ ਜੀ, ਬਿਲਕੁਲ ਵੱਡੇ ਵੱਡੇ ਮੁਲਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੋਈ ਸੀ, ਪਰ ਸਾਡੇ ਭਾਰਤ ਦੇ ਵਿੱਚ ਬੇਸ਼ਰਮੀ ਦੀ ਹੱਦ ਇੰਨੀ ਹੈ ਕਿ ਸਾਡੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਸਪੋਰਟ ਕਰਦੀਆਂ ਨੇ। ਔਰ ਉਸੇ ਦੇ ਵਿੱਚ, ਉਸੇ ਸਟੇਟ ਦੇ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਕੋਈ ਘਟਨਾਵਾਂ ਜਾਂ ਮੌਬ ਲਾਂਚਿੰਗ ਦੇ ਵਿੱਚ ਕੋਈ ਸ਼ਾਮਲ ਹੁੰਦਾ, ਉਹਨਾਂ ਨੂੰ BJP ਦੇ ਵੱਡੇ ਵੱਡੇ ਨੇਤਾ ਜਦੋਂ ਜੇਲ੍ਹ 'ਚੋਂ ਆਉਂਦੇ ਆ, ਜਿਵੇਂ ਸਰਹੱਦ ਤੇ ਨਾ ਜੰਗ ਜਿੱਤ ਕੇ ਆਏ ਹੁੰਦੇ ਆ, ਜਦੋਂ ਉਹਨਾਂ ਨੂੰ ਹਾਰ ਪਾ ਕੇ ਲੈ ਕੇ ਆਉਂਦੇ ਆ, ਤਾਂ ਤੁਹਾਡੀ ਮਾਨਸਿਕਤਾ ਤੇ ਤੁਹਾਡੀ ਨੀਅਤ ਇਹ ਸਪਸ਼ਟ ਹੋ ਜਾਂਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਮਾਹੌਲ ਇਸ ਦੇਸ਼ ਦੇ ਵਿੱਚ ਪੈਦਾ ਕਰਨਾ ਚਾਹੁੰਦੇ ਹੋ। ਜਿਸ ਧਰਮ ਦੇ ਵਿੱਚ, ਜਿਸ ਦੇਸ਼ ਦੇ ਵਿੱਚ, ਦੇਖੋ ਸਾਡਾ ਭਾਰਤ ਦੇਸ਼ ਆ, ਅਸੀਂ ਉਹਨੂੰ ਸਾਰੇ ਪਿਆਰ ਕਰਦੇ ਆ, ਅਸੀਂ ਚਾਹੁੰਦੇ ਹਾਂ ਕਿ ਸਾਡਾ ਦੇਸ਼ ਤਰੱਕੀ ਕਰੇ। ਬਿਲਕੁਲ। ਪਰ ਜਿਹੜੀਆਂ ਪੋਲੀਟੀਕਲ ਕੁਝ ਜਾਤਾਂ ਨੇ, ਜਿਹੜੀਆਂ ਧਰਮ ਦੇ ਆਧਾਰ ਤੇ ਇੱਕ ਕ੍ਰਿਮੀਨਲ ਨੂੰ ਸਪੋਰਟ ਕਰਦੀਆਂ ਨੇ, ਜਿਹੜੀਆਂ ਧਰਮ ਦੇ ਆਧਾਰ ਤੇ ਇੱਕ ਕ੍ਰਿਮੀਨਲ ਨੂੰ ਦੇਸ਼ ਭਗਤ ਦੱਸਦੀਆਂ ਨੇ, ਉਹਨਾਂ ਦਾ ਭਵਿੱਖ ਕੀ ਹੋਊਗਾ, ਉਹ ਦੇਸ਼ ਦਾ ਕਿਸ ਤਰ੍ਹਾਂ ਦਾ ਹਾਲਾਤ ਬਣਾਉਣਾ ਚਾਹੁੰਦੇ ਆ। ਜਿਹੜੇ ਲੋਕ ਹੁਣ ਬਾਹਰਲੇ ਮੁਲਕਾਂ 'ਚ ਵੀ ਆ ਕੇ ਨਾ ਉਸ ਤਰ੍ਹਾਂ ਦੀ ਮਾਨਸਿਕਤਾ ਫੈਲਾਉਣ ਦੀ ਕੋਸ਼ਿਸ਼ ਕਰਦੇ ਆ ਜੀ, ਇਹਨਾਂ ਦੀ ਮਾਨਸਿਕਤਾ ਇਹ ਜੇ ਤਾਂ ਭਾਰਤ ਜਿਹੜਾ ਸਾਡਾ ਮੁਲਕ ਹੈ, ਇਹ ਸੰਵਿਧਾਨ ਦੇ ਨਾਲ ਬੰਨਿਆ ਹੋਇਆ ਮੁਲਕ ਹੈ। ਬਿਲਕੁਲ। ਭਾਰਤ ਦੇ ਸੰਵਿਧਾਨ ਨੂੰ 2 ਲਫ਼ਜ਼ਾਂ 'ਚ ਬੰਨਿਆ ਗਿਆ, ਇੱਕ ਨੂੰ ਇੰਡੀਆ ਜਾਣਿਆ ਜਾਂਦਾ, ਇੱਕ ਨੂੰ ਭਾਰਤ ਕਿਹਾ ਜਾਂਦਾ। ਕੋਈ ਹਿੰਦੁਸਤਾਨ ਲਫ਼ਜ਼ ਨਹੀਂ ਹੈ, ਪਰ ਉੱਥੇ ਜੋ ਕੁਝ ਹੋ ਰਿਹਾ ਹੈ ਉਹ ਹਿੰਦੁਸਤਾਨ ਨੂੰ ਮੁੱਖ ਰੱਖ ਕੇ ਹੋਇਆ ਹੈ ਕਿ ਹਿੰਦੂਆਂ ਦਾ ਮੁਲਕ ਹੈ ਜੀ, ਹਿੰਦੂ ਬਣਾਇਆ ਜਾਊਗਾ ਜੀ। ਇਹਦਾ ਮਤਲਬ ਤਾਂ ਇਹ ਹੈ ਕਿ ਜਿਹੜੇ ਰਾਸ਼ਟਰਵਾਦ ਦਾ ਨਾਅਰਾ ਲਾਉਂਦੇ ਨੇ, ਇਹਨਾਂ ਨੂੰ ਸਵਾਲ ਪੁੱਛਣਾ ਚਾਹੀਦਾ ਕਿ ਤੁਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹੋ, ਕੀ ਤੁਸੀਂ ਭਾਰਤ ਨੂੰ ਪਿਆਰ ਕਰਦੇ ਹੋ? ਇਹਦਾ ਮਤਲਬ ਤੁਸੀਂ ਸੰਵਿਧਾਨ ਦੀ ਵੀ ਮੁਖਾਲਫਤ ਕਰਦੇ ਹੋ। ਜੇਕਰ ਤੁਸੀਂ ਸੰਵਿਧਾਨ ਦੀ ਝੰਡਾ ਇਹਨੂੰ ਚੱਕ ਕੇ ਆਪਾਂ ਭੱਜੇ ਫਿਰਦੇ ਹਾਂ, ਤਾਂ ਉਸ ਦੇ ਵਿੱਚ ਤਾਂ ਸਾਰੇ ਧਰਮਾਂ ਨੂੰ ਬਰਾਬਰ ਦਾ ਅਧਿਕਾਰ ਹੈ ਜੀ। ਬਿਲਕੁਲ। ਕੋਈ ਵੀ ਆਪਣਾ ਧਰਮ ਮੰਨ ਸਕਦਾ, ਕੋਈ ਵੀ ਕਿਸੇ ਦੇ ਜਾ ਕੇ ਮੰਨੇ ਨਾ ਮੰਨੇ, ਉਹਨੂੰ ਆਜ਼ਾਦੀ ਹੋਣੀ ਚਾਹੀਦੀ। ਤੁਹਾਨੂੰ ਕਿਹਨੇ ਅਧਿਕਾਰ ਦਿੱਤਾ? ਅਖਿਲੇਸ਼ ਦੀ ਤੁਹਾਨੂੰ ਦਾਦਰੀ ਦੀ ਘਟਨਾ ਯਾਦ ਹੋਣੀ ਹੈ, ਉਸ ਨੂੰ ਕਿਸ ਤਰੀਕੇ ਨਾਲ ਘਰੇ ਆ ਕੇ ਮੌਬ ਨੇ, ਇੱਕ BJP ਦਾ ਲੀਡਰ ਆਪਦੇ ਆਪ ਨੂੰ ਕਹਿੰਦਾ ਖਾਉਂਦਾ, ਉਹਨਾਂ ਦੇ ਘਰ ਜਾ ਕੇ ਉਹਨਾਂ ਤੇ ਅਟੈਕ ਕਰਦੇ ਆ, ਫਿਰ ਉਹਨੂੰ ਜਸਟੀਫਾਈ ਕਰਦੇ ਆ। ਇਹ ਸਾਰੀਆਂ ਚੀਜ਼ਾਂ ਇਸ ਗੱਲ ਵੱਲ ਇਸ਼ਾਰਾ ਕਰ ਰਹੀਆਂ ਨੇ ਕਿ ਭਾਰਤ ਜਿਹੜਾ ਸਾਡਾ ਇੱਕ ਬੜਾ ਪਿਆਰਾ ਮੁਲਕ ਸੀ, ਡਾਇਵਰਸੀਫਿਕੇਸ਼ਨ ਵਾਲਾ ਮੁਲਕ ਸੀ, ਉਹਨੂੰ ਇਹ ਤਬਾਹੀ ਵੱਲ ਲੈ ਕੇ ਜਾ ਰਿਹਾ ਹੈ ਜੀ। ਔਰ ਉਸ ਤੋਂ ਜ਼ਿਆਦਾ ਜਿਹੜੀ ਖਤਰਨਾਕ ਗੱਲ ਇਹ ਹੈ ਕਿ ਇਹ ਲੋਕ ਬਾਹਰਲੇ ਮੁਲਕਾਂ 'ਚ ਵੀ ਆ ਕੇ ਉੱਥੇ ਵੀ ਉਸ ਤਰ੍ਹਾਂ ਦੀਆਂ ਨੀਅਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਇੱਥੇ ਆ ਕੇ ਵੀ ਪਿੱਛੇ ਦੀ ਘਟਨਾ ਹੈ, ਟੋਰਾਂਟੋ ਦੇ ਵਿੱਚ ਇਲੈਕਸ਼ਨਾਂ ਸੀ, ਟੋਰਾਂਟੋ ਦੀਆਂ ਇਲੈਕਸ਼ਨਾਂ ਜਿਹੜੀਆਂ ਹੋਈਆਂ, ਤੁਹਾਡੀਆਂ ਜਨਰਲ ਇਲੈਕਸ਼ਨਾਂ, ਉਸ ਦੇ ਖਿਲਾਫ, ਉਸ ਇੱਕ ਪੋਲੀਟੀਕਲ ਉਮੀਦਵਾਰ ਦੇ ਹੱਕ 'ਚ ਤੇ ਖਾਸ ਕਮਿਊਨਿਟੀ ਦੇ ਖਿਲਾਫ ਪੋਸਟਾਂ ਪਾਈਆਂ ਗਈਆਂ ਕਿ ਇਹਨਾਂ ਨੂੰ ਪਾਕਿਸਤਾਨ ਭਜਾ ਦਿਓ, ਇਹਨਾਂ ਨੂੰ ਫਲਾਣਾ ਕਰ ਦਿਓ। ਜਦੋਂ ਉਹ ਪੋਸਟਾਂ ਸੋਸ਼ਲ ਮੀਡੀਆ ਤੋਂ ਮੀਡੀਆ ਦੇ ਵਿੱਚ ਆਈਆਂ, ਮੀਡੀਆ ਦੇ ਵਿੱਚ ਚਰਚਾ ਹੋਈ, ਫਿਰ ਉਸ ਉਮੀਦਵਾਰ ਨੂੰ ਜਾਣੇ ਜਾਂ ਅਣਜਾਣੇ ਜਾਂ ਫਿਰ ਉਹਨੂੰ ਮਜਬੂਰੀ ਬਸ ਕਹਿਣਾ ਪਿਆ ਕਿ ਜਿਹੜੇ ਬੰਦੇ ਨੇ ਇਹ ਪੋਸਟ ਪਾਈ ਹੈ, ਇਹ ਆਪਣੀ ਪੋਸਟ ਹਟਾ ਲਵੇ, ਨਹੀਂ ਮੈਂ ਇਹਦੇ ਖਿਲਾਫ ਕਾਰਵਾਈ ਕਰੂੰਗਾ ਜੀ। ਹੁਣ ਰੋਚਕ ਗੱਲ ਅਗਲੀ ਸੁਣੋ। ਜਿਹੜੇ ਬੰਦੇ ਨੇ ਪਾਈ ਸੀ, ਉਹਨੇ ਫਿਰ ਉਸ ਉਮੀਦਵਾਰ ਨੂੰ ਕਿਹਾ ਕਿ ਭਾਈ ਸਾਹਿਬ ਪੋਸਟ ਮੈਂ ਪਾਈ ਹੈ ਔਰ ਪਵਾਈ ਤੈਂ ਜੀ। ਜੇਕਰ ਤੂੰ ਇਹ ਕਹਿਣਾ ਹੈ ਕਿ ਮੈਂ ਆਪਣੇ ਕੋਲ ਪਾਈ ਹੈ, ਕਾਰਵਾਈ ਕਰੇਗਾ, ਕਾਰਵਾਈ ਤਾਂ ਮੈਂ ਕਰੂੰ ਤੁਹਾਡੇ ਖਿਲਾਫ। ਤੁਸੀਂ ਜਿਹੜਾ ਕੁਝ ਮੈਨੂੰ ਭੇਜਿਆ ਹੈ, ਮੇਰਾ ਮੂੰਹ ਨਾ ਖਿਲਾਓ। ਮੈਨੂੰ ਕੀ ਤੁਸੀਂ ਕਿਹਾ ਸੀ? ਇਹ ਤਾਂ ਇੱਕ ਪੋਸਟ ਹੀ ਪਾਈ ਹੈ, ਤੁਸੀਂ ਤਾਂ ਬਹੁਤ ਕੁਝ ਕਿਹਾ ਸੀ ਅੱਗੇ ਜੀ। ਸੋ ਇਹ ਜਿਹੜੀਆਂ ਤਾਕਤਾਂ ਨੇ ਬਾਹਰਲੇ ਮੁਲਕਾਂ 'ਚ ਵੀ ਆ ਕੇ ਇਸ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਨਾ ਤਾਂ ਇਹਨਾਂ ਨੇ ਉੱਥੇ ਜਾਣਾ ਹੈ, ਜੇਕਰ ਇਹਨਾਂ ਨੂੰ ਆਪਣੇ ਦੇਸ਼ ਨਾਲ ਬਹੁਤ ਜ਼ਿਆਦਾ ਪਿਆਰ ਹੈ, ਫਿਰ ਛੱਡਣ ਇੱਥੇ ਦਾ ਖੇੜਾ। ਉੱਥੋਂ ਕਿਉਂ ਭੱਜ ਕੇ ਆ ਰਹੇ ਆ, ਕਿਉਂ ਠੱਗੀਆਂ ਮਾਰ ਕੇ ਇੱਧਰ ਭੱਜ ਰਹੇ ਆ, ਜਾਂ ਫਿਰ ਕਿਸ ਤਰੀਕੇ ਨਾਲ ਕਿਉਂ ਇਹ ਲੱਭਦੇ ਹੁੰਦੇ ਆ ਕਿ ਵੀਜ਼ਾ ਲੱਗ ਜੇ ਬਾਹਰਲੇ ਮੁਲਕ ਦਾ ਕਿਸੇ ਨਾ ਕਿਸੇ ਤਰੀਕੇ ਨਾਲ, ਫਿਰ ਇੱਥੇ ਆ ਕੇ ਖੁਰਾਫਾਤੀ ਹੋਣਾ। ਇਹ ਜਿੱਥੇ ਦੇਸ਼ ਦੀ ਇੱਜ਼ਤ ਦੁਨੀਆ 'ਚ ਖਰਾਬ ਕਰ ਰਹੇ ਆ, ਉੱਥੇ ਆ ਕੇ ਦੁਨੀਆ 'ਚ ਆ ਕੇ ਦੁਬਾਰਾ ਇਹ ਦੇਸ਼ ਦੀ ਇੱਜ਼ਤ ਖਰਾਬ ਕਰ ਰਹੇ ਆ। ਸੋ ਇਹ ਬੜਾ ਗੰਭੀਰ ਮਾਮਲਾ। ਇਸ ਮਾਮਲੇ ਦੇ ਵਿੱਚ ਅਰਸ਼ ਜੀ, ਜੇਕਰ ਸਮਾਂ ਰਹਿੰਦੇ, ਹੁਣ ਤਾਂ ਸਮਾਂ ਪ੍ਰਤੀ ਦਿਨ ਸਾਡੇ ਹੱਥੋਂ ਨਿਕਲਦਾ ਜਾ ਰਿਹਾ ਹੈ, ਜੇਕਰ ਇਹਨੂੰ ਨਾ ਸਾਂਭਿਆ ਗਿਆ ਤਾਂ ਦੁਨੀਆ ਦੇ ਵਿੱਚ, ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ, ਗਲੋਬਲ ਵਿਲੇਜ ਹੈ। ਇਸ ਗਲੋਬਲ ਵਿਲੇਜ ਦੇ ਵਿੱਚ ਬਾਕੀ ਧਰਮਾਂ ਦੇ ਮੁਲਕ ਕੋਈ, ਜੇ ਮੁਸਲਮਾਨ ਧਰਮ ਦੇ ਖਿਲਾਫ ਤੁਸੀਂ ਇੱਥੇ ਕਰਦੇ ਹੋ ਤਾਂ 64-65 ਮੁਲਕ ਤਾਂ ਮਿਡਲ ਈਸਟ ਤੱਕ ਹੀ ਬੈਠੇ ਆ। ਬਿਲਕੁਲ। ਤੁਸੀਂ ਕਿੱਥੇ ਜਾਓਗੇ? ਬੁਰਾ ਹਾਲ ਤੁਹਾਡਾ ਹੈ। ਸਾਡਾ ਪੌਣੇ 600 ਬਿਲੀਅਨ ਡਾਲਰ ਦੇ ਅਸੀਂ ਕਰਜ਼ਾਈ ਆ ਸਾਡਾ ਮੁਲਕ ਜੀ। ਕਰਜ਼ਾ ਦੇਣ ਵਾਸਤੇ ਸਾਨੂੰ, ਸਾਡੀ ਇਕਨੋਮੀ ਸਾਡੀ ਤਬਾਹ ਹੁੰਦੀ ਜਾਂਦੀ ਹੈ, GDP ਸਾਡੀ ਡਿੱਗਦੀ ਜਾਂਦੀ ਹੈ, ਮਾਈਨਸ ਅਸੀਂ ਜਾ ਰਹੇ ਹਾਂ। ਸਿਰਫ ਤੇ ਸਿਰਫ ਨਾਅਰੇ ਤੇ ਜਕਾਰੇ ਲਾ ਕੇ ਨਹੀਂ ਰੋਟੀਆਂ ਮਿਲਦੀਆਂ ਹੁੰਦੀਆਂ। ਸੋ ਇਸ ਕਰਕੇ ਸਿਆਣਪ ਤੋਂ ਲੈਣ, ਅਕਲ ਨੂੰ ਹੱਥ ਮਾਰਨ, ਅੱਗੇ ਦਾ ਸੋਚਣ,
ਤਾਂ ਦੇਸ਼ ਦੇ ਵਿੱਚ ਦੁਨੀਆ ਦੀ ਤਰੱਕੀ ਦੀ ਗੱਲ ਕਰਨ, ਐਵੇਂ ਪਿੱਛਾ ਖਿੱਚ ਕੇ ਨਾਲੇ ਤਾਂ ਆਪਦਾ ਨੁਕਸਾਨ ਕਰਾ ਰਹੇ ਆ, ਨਾਲੇ ਆਉਂਦੇ ਭਵਿੱਖ ਦਾ ਖਰਾਬ ਕਰ। ਜੀ ਬਿਲਕੁਲ, ਬਹੁਤ ਵਧੀਆ ਤੁਸੀਂ ਦੱਸਿਆ ਹੈਗਾ ਕਿ ਕਿਸ ਤਰ੍ਹਾਂ ਜਿਹੜਾ ਹੈ ਉਹ ਧਰਮ ਦੇ ਨਾਂ ਦੇ ਉੱਤੇ ਅਸੀਂ ਇਨਸਾਨੀਅਤ ਭੁੱਲਦੇ ਜਾ ਰਹੇ ਹਾਂ। ਮੇਨ ਗੱਲ ਇਹੀ ਹੈ ਕਿ ਜਿਹੜਾ ਇਨਸਾਨੀਅਤ ਦਾ ਧਰਮ ਹੈਗਾ ਉਹ ਸਾਨੂੰ ਪਤਾ ਹੀ ਨਹੀਂ ਕੀ ਹੈ, ਭੁੱਲਦੇ ਨਹੀਂ, ਸਾਨੂੰ ਯਾਦ ਹੀ ਨਹੀਂ ਹੈਗਾ ਕਿ ਅਸੀਂ ਕਿੱਥੇ ਹੈਗੇ ਆ। ਪਰ ਹੁਣ ਜੇ ਅਸੀਂ ਪੰਜਾਬ ਵੱਲ ਚੱਲੀਏ ਤਾਂ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ ਹਰਪ੍ਰੀਤ ਜੀ। ਜਿੱਦਾਂ ਹੁਣ ਜੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਈਏ ਤੇ ਸ਼ਮਸ਼ੇਰ ਦੂਲੋ ਦੀ ਗੱਲ ਕਰ ਲਈਏ ਤਾਂ ਉਹਨਾਂ ਦੀ ਤਾਂ ਸ਼ਿਕਾਇਤ ਲੱਗ ਗਈ ਆ ਹੁਣ ਦਿੱਲੀ ਨੂੰ, ਸੋਨੀਆ ਗਾਂਧੀ ਨੂੰ ਸ਼ਿਕਾਇਤ ਲੱਗ ਗਈ ਆ। ਹੁਣ ਕਿੱਥੋਂ ਤੱਕ ਜਾਣ ਵਾਲਾ ਮਾਮਲਾ? ਕਹਿੰਦੇ ਗੱਲ ਜਦੋਂ ਕਹਿੰਦੇ ਵੀ ਜਦੋਂ ਸ਼ੁਰੂ ਹੋਈ ਹੈ ਫਿਰ ਉਹ ਗੱਲ ਕਿਤੇ ਨਾ ਕਿਤੇ ਤਾਂ ਜਾਊਗੀ। ਜਦੋਂ ਅੱਗ ਕਿਤੇ ਨਾ ਕਿਤੇ, ਚਾਹੇ ਅੱਗ ਦਿਖੇ ਨਾ ਦਿਖੇ, ਜਦੋਂ ਧੂੰਆਂ ਉੱਠਦਾ ਤਾਂ ਲੱਗ ਜਾਂਦੀ ਵੀ ਕੋਈ ਨਾ ਕੋਈ ਗੱਲ ਹੋਈ ਹੈ। ਪੰਜਾਬ ਦੀ ਸਿਆਸਤ 'ਚ ਇਹ ਸਾਰੀਆਂ ਚੀਜ਼ਾਂ ਹੋਣੀਆਂ ਲਾਜ਼ਮੀ ਨੇ। ਹੁਣ ਨਿੱਤ ਨਵੀਂ ਜਿਹੜੀ ਤੁਸੀਂ ਘਟਨਾ ਪੰਜਾਬ ਦੇ ਵਿੱਚ ਦੇਖ ਰਹੇ ਹੋ, ਇਹਨੂੰ ਆਪਾਂ ਇਹ ਨਾ ਜਾਣੀਏ ਵੀ ਹਾਂਜੀ ਅੱਜ ਹੋ ਗਈ ਜਾਂ ਪੁਰਾਣੀ ਹੋ ਗਈ। ਇਹ ਅਸਲ 'ਚ 2020 ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਸ ਦੇ ਵਿੱਚ ਮੌਸਮੀ ਕ੍ਰਾਂਤੀਕਾਰੀ ਖੜੇ ਹੋ ਰਹੇ ਆ ਜੀ। ਫਿਰ ਹੁਣ ਉਹ ਪੂਰੇ ਦਾ ਪੂਰਾ ਦਿਖਾਵਾ ਕਰਨਗੇ ਵੀ ਮੇਰੇ ਤੋਂ ਬਿਨਾਂ ਤਾਂ ਇਸ ਦੇਸ਼ ਨੂੰ ਸਾਂਭ ਕੋਈ ਨਹੀਂ ਸਕਦਾ, ਇਸ ਸੂਬੇ ਨੂੰ ਮੇਰੇ ਤੋਂ ਵੱਧ ਪਿਆਰ ਮੋਹ ਮੁਹੱਬਤ ਇਸ ਸੂਬੇ ਨਾਲ ਕਿਸੇ ਦਾ ਨਹੀਂ। ਇਸ ਕਰਕੇ ਉਹਨਾਂ ਨੂੰ ਹੁਣ ਇਹ ਸਾਰੀਆਂ ਦੇ ਸਾਰੀਆਂ ਚੀਜ਼ਾਂ ਉਹਨਾਂ ਨੂੰ ਪਤਾ ਸੀ ਜੇ ਪਹਿਲਾਂ ਨਿਕਲਾਂਗੇ ਪਹਿਲਾਂ ਮੁੱਲ ਨਹੀਂ ਪੈਣਾ। ਹੁਣ ਲੋਕ ਕਮਲੇ ਨੇ ਸਾਡੇ ਜੀ, ਉਹ ਛੇਤੀ ਪ੍ਰਭਾਵਿਤ ਹੋ ਜਾਂਦੇ ਆ। ਸਰਕਾਰ ਜਿਹੜੀ ਬਣੀ ਸੀ ਉਹ ਵੀ ਆਹੀ ਨਾਰੇ ਤੇ ਜਕਾਰੇ 1 ਸਾਲ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਵਿਰੋਧੀ ਧਿਰ 'ਚ ਅਕਾਲੀਆਂ ਦੇ ਖਿਲਾਫ ਕਿਤੇ ਨਹੀਂ ਸੀ ਲੱਭਦੇ। ਫਿਰ ਸਰਕਾਰ ਬਣਨ ਤੋਂ ਪਹਿਲਾਂ ਫਿਰ ਉਹ ਪੀਕੇ ਸ਼ਰਮਾ ਜੀ ਨੂੰ ਹਾਇਰ ਕੀਤਾ ਗਿਆ। ਫਿਰ ਉਹਨਾਂ ਨੇ ਇੱਕ ਲੋਕ ਲੁਭਾਵਣੇ ਪੋਸਟਰ ਲਿਆਂਦੇ, ਕਰਜ਼ਾ ਕੁਰਕੀ ਖਤਮ ਤੇ ਫਸਲ ਦੀ ਪੂਰੀ ਰਕਮ, ਪੰਜਾਬ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਸਾਰੇ ਇਸ ਤਰ੍ਹਾਂ ਦੇ ਨਾਰੇ ਲਿਆਂਦੇ ਗਏ ਕਿ ਨੌਜਵਾਨਾਂ ਨੂੰ ਮੋਬਾਈਲ ਫੋਨ ਦੇ ਦਾਂਗੇ, ਫਲਾਣਿਆਂ ਨੂੰ ਫਲਾਣਾ ਕੁਝ ਦੇ ਦਾਂਗੇ। ਮਤਲਬ ਇੰਨਾ ਕੁਝ ਕਰਤਾ, ਲੋਕਾਂ ਨੂੰ ਉਵੇਂ ਲੱਗਿਆ ਜਿਵੇਂ ਲੱਗਿਆ ਸੀ ਕਿ ਮੋਦੀ ਆਉਣ ਨਾਲ ਦੇਸ਼ ਦਾ ਸਭ ਦਾ ਹੀ ਚੰਗਾ ਭਲਾ ਹੋ ਜਾਣਾ। ਉਧਰੋਂ ਦੂਜੇ ਪਾਸੇ ਕੇਜਰੀਵਾਲ ਵੀ ਕਿਹਾ ਸੀ ਕੇਜਰੀਵਾਲ ਸਾਰਾ ਹੀ ਪੰਜਾਬ ਤੇਰੇ ਨਾਲ। ਇਹ ਇਸ ਤਰ੍ਹਾਂ ਦੇ ਲੋਕ ਲੁਭਾਉਣੇ ਨਾਰੇ ਲੈ ਕੇ ਫਿਰ ਆਉਂਦੇ ਆ। ਹੁਣ 3.5 ਸਾਲ ਤਾਂ ਮਹਾਰਾਜ ਸਾਹਿਬ ਨੇ ਐਸ਼ ਕਰ ਲਈ ਪਹਾੜੀਆਂ 'ਚ ਬਹਿ ਕੇ, 3.5 ਵਾਰੀ ਮੈਨੂੰ ਲੱਗਦਾ ਪੰਜਾਬ ਆਏ ਹੋਣੇ ਉਹਦੇ 'ਚ। ਹੁਣ ਉਹ ਸਾਰੀ ਚੀਜ਼ ਦੇ ਵਿੱਚ ਜਿਹੜਾ ਜਿਹੜੀ ਗੱਲ ਤੁਸੀਂ ਕਰਦੇ ਹੋ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ, ਇਹ ਦੋ ਨੇਤਾ ਨੇ। ਪ੍ਰਤਾਪ ਸਿੰਘ ਬਾਜਵਾ ਦਾ ਤਾਂ ਇਹ ਗੱਲ ਮੰਨੀ ਜਾਂਦੀ ਹੈ ਕਿ ਕੈਪਟਨ ਅਮਰਿੰਦਰ ਦਾ ਕਿਸੇ ਵੇਲੇ ਤਾਂ ਬੜਾ ਖਾਸਮ ਖਾਸ ਹੁੰਦਾ ਸੀ। ਇੱਕ ਦਿਨ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਸੁਣਾਈ ਸੀ ਨਾ ਕਿ ਯਾਰੀ ਲੱਗੀ ਤੋਂ ਲਵਾ ਲਏ ਤਖਤੇ, ਜਦੋਂ ਟੁੱਟੀ ਤਾਂ ਚਗਾਟ ਪੱਟ ਲਈ। 2002 ਤੋਂ 2007 ਦੇ ਵਿੱਚ ਜਿਹੜੇ ਬੜੇ ਖਾਸਮ ਖਾਸ ਕੈਪਟਨ ਅਮਰਿੰਦਰ ਦੇ ਹੁੰਦੇ ਸੀ ਨਾ, ਉਹਨਾਂ 'ਚ ਪ੍ਰਤਾਪ ਸਿੰਘ ਬਾਜਵਾ ਸੀ। ਚਾਹੇ ਉਹ ਬੰਬੇ ਇੰਡਸਟਰੀ 'ਚ ਜਾਂਦੇ ਸੀ ਜਾਂ ਫਿਰ ਗੁਜਰਾਤ ਦੀਆਂ ਇਲੈਕਸ਼ਨਾਂ ਜਾਂਦੇ ਸੀ। ਗੁਜਰਾਤ ਦੀਆਂ ਇਲੈਕਸ਼ਨਾਂ 'ਚ ਕੀ ਕੁਛ ਕਰਕੇ ਆਏ ਸੀ, ਕੀ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਸੀ, ਉਹਨਾਂ ਦੇ ਵਿੱਚ ਇਹਨਾਂ ਦੇ ਨਾਂ ਮੂਹਰਲੇ ਤੌਰ ਤੇ ਆਉਂਦੇ ਸੀ। ਹੁਣ ਪ੍ਰਤਾਪ ਸਿੰਘ ਬਾਜਵਾ ਨੂੰ ਜਦੋਂ 13 ਤੋਂ 15 'ਚ ਲਾਇਆ ਗਿਆ ਕੈਪਟਨ ਦੇ ਦਬਾਅ ਹੇਠ, ਉਦੋਂ ਤੋਂ ਇਹਨਾਂ ਦਾ 36 ਦਾ ਅੰਕੜਾ ਚੱਲਦਾ। ਇੱਕ ਵਾਰੀ ਰਾਹੁਲ ਗਾਂਧੀ ਸੰਗਰੂਰ ਦੇ ਇਲਾਕੇ ਕੈਂਸਰ ਹਸਪੀਟਲ ਦਾ ਨੀਂਹ ਪੱਥਰ ਰੱਖਣ ਆਏ ਤਾਂ ਸਟੇਜ ਤੇ ਇੱਕ ਪਾਸੇ ਰਾਹੁਲ ਗਾਂਧੀ ਬੈਠੇ ਆ, ਇੱਕ ਪਾਸੇ ਕੈਪਟਨ ਅਮਰਿੰਦਰ ਬੈਠਾ ਹੈ। ਉਸ ਵੇਲੇ ਕਾਂਗਰਸ ਦਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸੀ, ਪਰਲੇ ਪਾਸੇ ਬੀਬੀ ਰਜਿੰਦਰ ਕੌਰ ਭੱਠਲ ਬੈਠੀ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਬੋਲਣ ਵਾਸਤੇ ਕਿਹਾ ਗਿਆ ਤਾਂ ਕੈਪਟਨ ਅਮਰਿੰਦਰ ਪ੍ਰਧਾਨ ਤਾਂ ਹੈ ਨਹੀਂ ਸੀ, ਪਰ ਉਹਨੇ ਚੱਕ ਕੇ ਕਹਿਤਾ ਲੋਕਾਂ ਨੂੰ ਵੀ ਬਸ ਆ ਲੈਣ ਦਿਓ ਸਾਡੀ ਸਰਕਾਰ, ਅਕਾਲੀਆਂ ਨੂੰ ਅਸੀਂ ਮੂੰਹ ਤੇ ਪਾਪਾ ਕੁੱਟਾਂਗੇ, ਇਹਨਾਂ ਨੂੰ ਲੰਬੇ ਪਾ ਦਿਆਂਗੇ, ਮੈਂ ਖੂੰਡਾ ਚੱਕ ਲੈਣਾ। ਉਹਦੀ ਨਾਲ ਦੀ ਨਾਲ ਪ੍ਰਤਾਪ ਸਿੰਘ ਬਾਜਵਾ ਦੀ ਵਾਰੀ ਆ ਗਈ। ਪ੍ਰਤਾਪ ਸਿੰਘ ਬਾਜਵਾ ਕਹਿੰਦਾ ਕੈਪਟਨ ਸਾਹਿਬ ਇਹਨਾਂ ਖੁੰਡਿਆਂ ਖੰਡਿਆਂ 'ਚ ਕੁਝ ਨਹੀਂ ਪਿਆ, ਕੋਈ ਤਰੱਕੀ ਦੀ ਗੱਲ ਕਰੋ, ਕੋਈ ਸਿਆਣਪ ਦੀ ਗੱਲ ਕਰੋ। ਉਦੋਂ ਹੀ ਲੱਗਿਆ ਸੀ ਕਿ ਇਹਨਾਂ ਦਾ 36 ਦਾ ਅੰਕੜਾ ਲਗਾਤਾਰ ਰਹਿਣਾ। ਫਿਰ ਕੈਪਟਨ ਅਮਰਿੰਦਰ ਜਦੋਂ ਮੁੱਖ ਮੰਤਰੀ ਬਣੇ ਤਾਂ ਪ੍ਰਤਾਪ ਸਿੰਘ ਬਾਜਵਾ ਦੀਆਂ ਜਿੰਨੀਆਂ ਵੀ ਕੋਈ ਲਿਖੀਆਂ ਹੋਈਆਂ ਚਿੱਠੀਆਂ, ਜਦੋਂ ਲਿਖਿਆ ਹੁੰਦੇ ਜਿਵੇਂ ਕ੍ਰਿਕਟ ਦੇ ਵਿੱਚ ਨਾ ਕਲਿੱਕ ਹੋ ਕੇ ਪਰਾਂ ਜਾਂਦੀ ਹੁੰਦੀ ਹੈ ਬਾਹਰਲੇ ਪਾਸੇ ਬਾਲ, ਉਹਨਾਂ ਦੀਆਂ ਚਿੱਠੀਆਂ ਐਂ ਬਾਹਰ ਛੱਡਤੀਆਂ ਜਾਂਦੀਆਂ ਸੀ। ਹੁਣ ਉਹ ਸਾਰੀ ਚੀਜ਼ ਦੇ ਵਿੱਚ ਅਰਸ਼ ਜੀ ਪ੍ਰਤਾਪ ਬਾਜਵਾ ਕਾਫੀ ਦੇਰ ਦੇ ਘੁੱਟਣ ਮਹਿਸੂਸ ਕਰ ਰਹੇ ਸੀ। ਚਰਚਾਵਾਂ ਇਹ ਵੀ ਚੱਲ ਰਹੀਆਂ ਸੀ ਕਿ ਪ੍ਰਤਾਪ ਸਿੰਘ ਬਾਜਵਾ ਦਾ ਹੁਣ ਬੀਜੇਪੀ ਦੇ ਨਾਲ ਕੋਝੀਨੈਸ ਸ਼ੁਰੂ ਹੋ ਗਈ। ਉਹ ਸਾਰੀ ਚੀਜ਼ ਦੇ ਵਿੱਚ ਜਦੋਂ ਇਹਨਾਂ ਨੇ ਗਵਰਨਰ ਦੇ ਕੋਲ ਜਾ ਕੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਸ਼ਿਕਾਇਤ ਕੀਤੀ, ਉਸ ਤੋਂ ਬਾਅਦ ਚੋਂ ਜਿਹੜੇ ਮੌਜੂਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਸੁਨੀਲ ਜਾਖੜ ਜੀ ਨੇ ਕਿਹਾ ਕਿ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਉੱਪਰਲੀ ਜਿਹੜੀ ਸਾਡੀ ਹਾਈ ਕਮਾਂਡ ਉਹਨੂੰ ਲਿਖਤਾ। ਪ੍ਰਤਾਪ ਸਿੰਘ ਬਾਜਵਾ ਇਹ ਗੱਲ ਕਹਿੰਦੇ ਹਾਈ ਕਮਾਂਡ ਕੋਲ ਸ਼ਿਕਾਇਤ ਤਾਂ ਕਰ ਲਈ, ਚਲੋ ਆਪਾਂ ਇਕੱਠੇ ਹੋ ਕੇ ਚੱਲੀਏ, ਨਾਲੇ ਫਿਰ ਤੁਹਾਨੂੰ ਆਪਦਾ ਵਜਨ ਪਤਾ ਲੱਗ ਜੂ, ਨਾਲੇ ਸਾਨੂੰ ਆਪਦਾ ਪਤਾ ਲੱਗ ਜੂ। ਸ਼੍ਰੀਮਤੀ ਸੋਨੀਆ ਗਾਂਧੀ ਕੋਲ ਚੱਲਾਂਗੇ,
ਜੇ ਤਾਂ ਤੁਹਾਨੂੰ ਉਹਨਾਂ ਨੇ ਗਾਲਾਂ ਕੱਢ ਕੇ ਭਜਾਤਾ, ਤੁਸੀਂ ਨਾ ਬੜੇ ਸਿਆਸਤ 'ਚ। ਜੇ ਮੈਨੂੰ ਗਾਲਾਂ ਕੱਢ ਕੇ ਭਜਾਤਾ, ਮੈਂ ਨਹੀਂ ਪੜਦਾ। ਹੁਣ ਉਹ ਸਾਰੀ ਚੀਜ਼ ਦੇ ਵਿੱਚ ਅੱਜ ਜਿਹੜੀ ਲੇਟੈਸਟ ਗੱਲ ਹੋਈ ਹੈ, ਲੇਟੈਸਟ ਗੱਲ ਇਹ ਹੋਈ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਪੰਜਾਬ ਪੁਲਿਸ ਦੀ ਸਿਕਿਉਰਿਟੀ ਲੱਗੀ ਹੋਈ ਸੀ, ਉਹ ਪੰਜਾਬ ਸਰਕਾਰ ਨੇ ਵਾਪਸ ਲੈ ਲਈ ਹੈ ਜੀ। ਔਰ ਉਸ ਦੇ ਵਿੱਚ ਪੰਜਾਬ ਸਰਕਾਰ ਦਾ ਨੁਮਾਇੰਦਾ ਇਹ ਗੱਲ ਕਹਿੰਦਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਤਾਂ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਸੀ, ਇਸ ਕਰਕੇ ਇਹਨਾਂ ਨੇ ਕਾਂਗਰਸ ਨੂੰ ਬਾਈਪਾਸ ਕਰਕੇ ਅਮਿਤ ਸ਼ਾਹ ਨੂੰ ਮਿਹਨਤ ਕਰਕੇ ਬੀਜੇਪੀ ਤੋਂ ਆਪਣੀ ਸਿਕਿਉਰਿਟੀ ਲਈ ਹੈ, ਜਿਹੜੀ ਜੈਟ ਸਿਕਿਉਰਿਟੀ ਉਹਨਾਂ ਨੂੰ ਦਿੱਤੀ ਗਈ ਹੈ। ਸੋ ਪੰਜਾਬ ਪੁਲਿਸ ਦਾ ਤਾਂ ਉੱਥੇ ਰੋਲ ਹੀ ਕੋਈ ਨਹੀਂ ਬਣਦਾ। ਸੋ ਇੱਕ ਦੂਸਰੇ ਨੂੰ ਠਿੱਪੀ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰੋਂ ਸ਼ਮਸ਼ੇਰ ਦੁੱਲੋਂ ਆਪਣੇ ਘਰ ਸੀ, ਕਾਂਗਰਸੀ ਯੂਥ ਵਾਲੇ ਇਕੱਠੇ ਹੋ ਕੇ ਚਲੇ ਗਏ, ਅਖੇ ਜੀ ਦੁੱਲੋਂ ਦਾ ਅਸੀਂ ਮੁਖਾਲਫਤ ਕਰਨੀ ਹੈ। ਦੁੱਲੋਂ ਦੇ ਘਰ ਜਦੋਂ ਗਏ ਤਾਂ ਦੁੱਲੋਂ ਨੇ ਉਹਨਾਂ ਨੂੰ ਠੰਡੇ ਕਰਕੇ ਤੋਰਤਾ, ਕਹਿੰਦਾ ਮੁੰਡਿਓ ਆਏ ਹੋ ਮੁਖਾਲਫਤ ਕਰਨ ਕਰਕੇ, ਤੁਹਾਡੀ ਵੈਲਕਮ ਜੀ, ਪਰ ਜੇਕਰ ਚੰਗੇ ਲੀਡਰ ਬਣਨਾ ਹੈ ਤਾਂ ਅਸੂਲਾਂ ਦੀ ਲੜਾਈ ਲੜਨੀ ਸਿੱਖੋ। ਪੰਜਾਬ 'ਚ ਬਹੁਤ ਬੁਰਾ ਹਾਲ ਹੈ, ਮੈਂ ਤਾਂ ਅਸੂਲਾਂ ਦੀ ਲੜਾਈ ਲੜ ਰਿਹਾ। ਉਹ ਕਹਿੰਦੇ ਕੋਕੇ ਕੋਲੇ ਪੀ ਕੇ ਵਾਪਸ ਆ ਗਏ। ਹੁਣ ਉਹ ਸਾਰੀ ਚੀਜ਼ ਦੇ ਵਿੱਚ ਇਸ ਵੇਲੇ ਜਿਹੜਾ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋਂ, ਇਹਨਾਂ ਨੂੰ ਪਾਰਟੀ 'ਚੋਂ ਕਢਾਉਣ ਦੀ ਗੱਲ ਕਰਦੇ ਆ। ਦੁੱਲੋਂ ਤੇ ਸ਼ਮਸ਼ੇਰ ਸਿੰਘ, ਜਿਹੜਾ ਦੁੱਲੋਂ ਤੇ ਪ੍ਰਤਾਪ ਬਾਜਵਾ ਹੈ, ਇਹ ਕਹਿੰਦੇ ਵੀ ਕੈਪਟਨ ਅਮਰਿੰਦਰ ਤੇ ਸੁਨੀਲ ਜਾਖੜ, ਜੇ ਇਹਨਾਂ ਦੋਵਾਂ ਨੂੰ ਕੱਢਦੀ ਤਾਂ ਪੰਜਾਬ ਕਾਂਗਰਸ ਬਚਦੀ ਹੈ। ਹੁਣ ਕੱਢਣਾ ਕਿਹੜਾ ਤੇ ਪਾਰਟੀ ਕਿਹੜੀ ਬਚਣੀ ਹੈ, ਇਹ ਤਾਂ ਬੜੀ ਦੂਰ ਦੀ ਗੱਲ ਹੈ, ਪਰ ਘਰ 'ਚ ਬੇਰ ਪੂਰੇ ਖਿੰਡੇ ਪਏ। ਬਿਲਕੁਲ, ਬਹੁਤ ਸਾਰੇ ਚੀਜ਼ਾਂ ਹੈਗੀਆਂ, ਬਹੁਤ ਸਾਰੇ ਮਸਲੇ ਹੈਗੇ ਨੇ, ਪਰ ਸਾਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਉਹਨਾਂ ਤੇ ਵੀ ਗੱਲਬਾਤ ਕਰੀਏ। ਅਗਲੀ ਵਾਰੀ ਹੋਰ ਜਿਹੜੇ ਮਸਲੇ ਆ ਰਹੇ ਹੈਗੇ ਨੇ ਜਾਂ ਹੋਰ ਜੋ ਸਿਆਸਤ ਦੇ ਵਿੱਚ ਹੋ ਰਿਹਾ ਉਹਦੇ ਬਾਰੇ ਗੱਲਬਾਤ ਕਰਾਂਗੇ। ਪਰ ਅੱਜ ਦੇ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਬਿਲਕੁਲ, ਸਟ੍ਰੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਹੀ ਗੱਲਬਾਤ ਹੁੰਦੀ ਰਹੇਗੀ, ਸਿੱਧੇ ਤੌਰ ਦੇ ਉੱਤੇ ਮਸਲਿਆਂ ਦੇ ਬਾਰੇ, ਤਾਜ਼ਾ ਮਾਮਲਿਆਂ ਦੇ ਬਾਰੇ, ਤਾਜ਼ਾ ਖਬਰਾਂ ਦੇ ਬਾਰੇ। ਪਰ ਅੱਜ ਦੇ ਲਈ ਫਿਲਹਾਲ ਇੰਨਾ ਹੀ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।